ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈਬ ਪੰਜਾਬ ਦੇ ਉੱਤੇ। ਅੱਜ ਦੀ ਵੀਡੀਓ ਬੇहद ਖਾਸ ਹੈ ਕਿਉਂਕਿ ਅੱਜ ਦੀ ਵੀਡੀਓ 'ਚ ਆਪਾਂ ਚਰਚਾ ਕਰਨੀ ਹੈ ਉਸ ਸੂਰਬੀਰ ਦੇ ਬਾਰੇ, ਉਸ ਸਿੰਘ ਸ਼ਹੀਦ ਸੂਰਬੀਰ ਦੇ ਬਾਰੇ ਜਿਨ੍ਹਾਂ ਨੂੰ ਅਕਸਰ ਆਪਾਂ ਅਰਦਾਸ ਦੇ ਵਿੱਚ ਸੁਣਦੇ ਹਾਂ। ਜਿਵੇਂ ਆਪਾਂ ਅਰਦਾਸ ਦੇ ਵਿੱਚ ਇੱਕ ਪੰਕਤੀ ਆਉਂਦੀ ਹੈ ਕਿ ਜਿਨ੍ਹਾਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ। ਤਾਂ ਅੱਜ ਉਸ ਸੂਰਬੀਰ ਯੋਧੇ ਦੀ ਗੱਲ ਕਰਾਂਗੇ ਜਿਨ੍ਹਾਂ ਨੇ ਸਿੱਖੀ ਦੀ ਖਾਤਰ, ਧਰਮ ਦੀ ਖਾਤਰ ਆਪਣੇ ਸਰੀਰ ਦਾ ਬੰਦ-ਬੰਦ ਕਟਵਾਇਆ। ਤਾਂ ਅੱਜ ਦਾ ਦਿਨ ਬੜਾ ਇਤਿਹਾਸਿਕ ਹੈ ਤੇ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ। ਐਂਡ ਵਿੱਚ ਤੁਹਾਨੂੰ ਇੱਕ ਬੇਨਤੀ ਵੀ ਕਰਨੀ ਹੈ, ਤਾਂ ਹੋ ਸਕਦਾ ਹੈ ਸ਼ਾਇਦ ਤੁਸੀਂ ਉਹ ਬੇਨਤੀ ਮੇਰੀ ਮੰਨ ਲਓ ਜੇ ਤੁਸੀਂ ਇਸ ਚੈਨਲ ਨੂੰ, ਮੈਨੂੰ ਜਾਂ ਪੰਜਾਬ ਜਾਂ ਪੰਜਾਬੀਅਤ ਨੂੰ ਪਿਆਰ ਕਰਦੇ ਹੋ। ਤਾਂ ਸ਼ੁਰੂ ਕਰਦੇ ਹਾਂ ਜੀ। ਜਿਹੜੇ ਅੱਜ ਦੇ ਆਪਣੇ ਸਿੰਘ ਸ਼ਹੀਦ ਸੂਰਬੀਰ ਹੈਗੇ ਹੈ, ਇਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਸ਼ਲੋਕ ਹੈਗੇ ਹੈ, ਜਿਹੜੇ ਕਿ ਅੰਗ ਨੰਬਰ 1412 ਦੇ ਉੱਪਰ ਸੁਸ਼ੋਭਿਤ ਨੇ ਤੇ ਗੁਰੂ ਨਾਨਕ ਸਾਹਿਬ ਜੀ ਦੇ ਸ਼ਲੋਕ ਨੇ। ਠੀਕ ਹੈ ਜੀ, ਇਹ ਵਧੀਕ ਵਾਰਾਂ ਤੇ ਵਧੀਕ ਦੇ ਵਿੱਚ ਦਰਜ ਨੇ। ਉਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਜੌਂ ਤੋਂ ਪ੍ਰੇਮ ਖਿਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ। ਜੌਂ ਤੋਂ ਪ੍ਰੇਮ ਖਿਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ। ਇਤ ਮਾਰਜ ਪੈਰ ਤਰੀਜੈ ਸਿਰ ਦੀਜੈ ਕਾਨ ਨਾ ਕੀਜੈ। ਠੀਕ ਹੈ, ਕਹਿਣ ਦਾ ਮਤਲਬ ਕੀ ਹੈ ਕਿ ਸਿੱਖੀ ਦਾ ਮਤਲਬ ਹੀ ਸ਼ਹੀਦੀ ਪਾਉਣਾ, ਕਿਉਂਕਿ ਸਿੱਖੀ ਦੇ ਵਿੱਚ ਬੰਦਾ ਆਉਣ ਤੋਂ ਪਹਿਲਾਂ ਆਪਣੀ ਜਾਨ ਨੂੰ ਤਲੀ ਦੇ ਧਰ ਕੇ ਆਉਂਦਾ ਹੈ। ਤਾਂ ਕਹਿਣ ਦਾ ਭਾਵ ਕੀ ਹੈਗਾ, ਮਰਨੋਂ ਤੋਂ ਮੁਕਤ ਹੋ ਜਾਂਦਾ, ਮਰਨ ਦੇ ਭੈ ਤੋਂ ਮੁਕਤ ਹੋ ਜਾਂਦਾ ਹੈ। ਤਾਂ ਅਜਿਹੇ ਕਿਹੜੇ ਸੂਰਬੀਰ ਸਿੰਘ ਹੋਏ ਨੇ ਜਿਹੜੇ ਕਿ ਜਿਨ੍ਹਾਂ ਨੇ ਮਰਨਾ ਕਬੂਲ ਕੀਤਾ ਆਪਣੀ ਧਰਮ ਦੇ ਖਾਤਰ। ਤਾਂ ਗੱਲ ਕਰਦੇ ਹਾਂ ਅੱਜ ਦਾ ਇਤਿਹਾਸਿਕ ਦਿਨ ਜਿਹੜਾ ਹੈਗਾ ਰਾਜੇ, ਉਹ ਬਹੁਤ ਇਤਿਹਾਸਿਕ। ਅੱਜ ਗੱਲ ਕਰਨੀ ਆਪਾਂ ਸਿੰਘ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਬਾਰੇ। ਪਰ ਭਾਈ ਮਨੀ ਸਿੰਘ ਜੀ ਦੇ ਬਾਰੇ ਜੋ ਅਕਸਰ ਆਪਾਂ ਪੜ੍ਹਦੇ ਹਾਂ ਜਾਂ ਸੁਣਿਆ ਹੋਊਗਾ, ਸ਼ਾਇਦ ਇੰਨੀ ਡਿਟੇਲ 'ਚ ਨਾ ਪੜ੍ਹਿਆ ਹੋਵੇ ਅੱਜ ਤੋਂ ਪਹਿਲਾਂ, ਜਿੰਨੀ ਕਿ ਮੈਂ ਇੱਕ ਕੋਸ਼ਿਸ਼ ਕੀਤੀ ਹੈ। ਦੇਖੋ, ਸਿੰਘ ਸ਼ਹੀਦਾਂ ਦਾ ਇਤਿਹਾਸ ਬਹੁਤ ਵੱਡਾ ਹੁੰਦਾ ਹੈ। ਇੰਨੀ ਮੇਰੀ ਬੁੱਧੀ ਨਹੀਂ ਹੈਗੀ ਕਿ ਮੈਂ ਇੱਕ ਵੀਡੀਓ ਦੇ ਵਿੱਚ ਸਾਰੇ ਇਤਿਹਾਸ ਨੂੰ ਪਰੋ ਕੇ ਤੁਹਾਡੇ ਸਾਹਮਣੇ ਰੱਖਦਾ। ਇੱਕ ਨਿਮਾਣੀ ਜੀ ਕੋਸ਼ਿਸ਼ ਕੀਤੀ ਹੈ ਕਿ ਆਪਣੇ ਪੰਜਾਬ ਦੇ ਪਿਆਰੇ ਵਿਦਿਆਰਥੀਆਂ ਨੂੰ, ਜਾਂ ਜਿੰਨੇ ਵੀ ਵਿਦਿਆਰਥੀ ਚਾਹੇ ਕਿਸੇ ਪੰਜਾਬ ਦੇ ਆ ਜਾਂ ਆਊਟਸਾਈਡ ਪੰਜਾਬ ਦੇ ਹੈਗੇ ਆ, ਉਹਨਾਂ ਨੂੰ ਥੋੜੀ ਜਿਹੀ ਜਾਣਕਾਰੀ ਦਿੱਤੀ ਜਾਵੇ, ਉਹਨਾਂ ਨੂੰ ਆਪਣੇ ਇਤਿਹਾਸ ਦੇ ਨਾਲ ਜਾਣੂ ਕਰਵਾਇਆ ਜਾਵੇ। ਤਾਂ ਭਾਈ ਮਨੀ ਸਿੰਘ ਜੀ ਦੇ ਬਾਰੇ ਜਿਵੇਂ ਆਪਾਂ ਅਕਸਰ ਪੇਪਰਾਂ ਵਿੱਚ ਵੀ ਕੁਐਸਚਨ ਪੁੱਛਿਆ ਜਾਂਦਾ ਹੈ ਵੀ ਪਹਿਲੇ ਗ੍ਰੰਥੀ ਕੌਣ ਹੋਏ ਨੇ, ਤੇ ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਸੀਗੇ ਤੇ ਦੂਜੇ ਗ੍ਰੰਥੀ ਭਾਈ ਗੁਰਦਾਸ ਜੀ ਨੂੰ ਥੋਪਿਆ ਗਿਆ। ਠੀਕ ਹੈ ਜੀ, ਸੌਂਪਿਆ ਗਿਆ। ਤੇ ਉਸ ਤੋਂ ਬਾਅਦ ਤੀਜੇ ਗ੍ਰੰਥੀ ਜਿਹੜੇ ਹੋਏ ਨੇ ਉਹ ਭਾਈ ਮਨੀ ਸਿੰਘ ਜੀ ਹੋਏ ਨੇ ਆਪਣੇ ਪੰਥ ਦੇ, ਜਿਨ੍ਹਾਂ ਨੂੰ ਆਪਾਂ ਗਿਆਨੀ ਵੀ ਕਹਿ ਸਕਦੇ ਹਾਂ, ਗ੍ਰੰਥੀ ਸਿੰਘ ਵੀ ਕਹਿ ਸਕਦੇ ਹਾਂ। ਯਾਨੀ ਕਿ ਹਰਮੰਦਰ ਸਾਹਿਬ ਦੇ ਤੀਜੇ ਗ੍ਰੰਥੀ ਵਜੋਂ ਇਹਨਾਂ ਨੇ ਸੇਵਾ ਨਿਭਾਈ ਸੀਗੀ। ਪਰ ਅਗਲੀ ਗੱਲ ਇਹ ਸਭ ਤੋਂ ਜਿਹੜੀ ਬਹੁਤ ਮਹੱਤਵਪੂਰਨ ਹੈਗੀ ਹੈ, ਇਹਨਾਂ ਦੇ ਪਰਿਵਾਰ ਦੇ ਵਿੱਚੋਂ ਮੰਨਿਆ ਜਾਂਦਾ ਹੈ ਲਗਭਗ 29 ਤੋਂ ਲੈ ਕੇ 35 ਜਾਂ 34 ਬੰਦੇ ਜਿਹੜੇ ਹੈਗੇ ਨੇ ਸ਼ਹੀਦ ਹੋਏ ਨੇ ਭਾਈ ਮਨੀ ਸਿੰਘ ਜੀ ਦੇ ਪਰਿਵਾਰ ਦੇ ਵਿੱਚੋਂ, ਜਿਹੜੀ ਕਿ ਬਹੁਤ ਵੱਡੀ ਗੱਲ ਹੈ। ਮੰਨਿਆ ਜਾਂਦਾ ਵੀ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਇਹਨਾਂ ਦੇ 11 ਭਰਾ ਸੀਗੇ, ਜਿਨ੍ਹਾਂ ਵਿੱਚੋਂ ਇੱਕ ਭਰਾ ਦੀ ਡੈਥ ਜਨਮ ਦੇ ਟਾਈਮ ਤੇ ਹੋ ਗਈ ਸੀਗੀ। 10 ਭਰਾ, 7 ਪੁੱਤਰ, 10 ਪੋਤਰੇ, 13 ਭਤੀਜੇ, ਦਾਦਾ ਜੀ ਤੇ ਦਾਦੇ ਭਰਾ, ਜਾਣੀ ਕਿ ਤਾਂ ਲਗਭਗ ਇਹਨਾਂ ਦੇ ਮੰਨਿਆ ਜਾਂਦਾ ਵੀ 29 ਤੋਂ ਲੈ ਕੇ 30 ਬੰਦੇ ਸ਼ਹੀਦ ਹੋਏ ਨੇ ਆਪਣੇ ਸਿੱਖ ਧਰਮ ਦੀ ਖਾਤਰ। ਤਾਂ ਇੱਕ ਬਹੁਤ ਵੱਡੀ ਗੱਲ ਹੈਗੀ ਹੈ, ਸ਼ਹੀਦ ਪਰਿਵਾਰ ਹੈ ਇਹ। ਇਹਦੇ ਬਾਰੇ ਆਪਾਂ ਚਰਚਾ ਕਰਾਂਗੇ। ਇਹਨਾਂ ਵਿੱਚੋਂ ਆਪਾਂ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਪੜ੍ਹਨੀ ਹੈ ਕਿ ਕਿਵੇਂ ਉਹਨਾਂ ਦੀ ਸ਼ਹੀਦੀ ਹੋਈ, ਕੀ ਕਾਰਨ ਰਹੇ ਉਹਨਾਂ ਦੀ ਸ਼ਹੀਦੀ ਦੇ ਪਿੱਛੇ, ਤੇ ਕਿਹਨਾਂ ਨੇ ਉਹਨਾਂ ਨੂੰ ਸ਼ਹੀਦ ਕੀਤਾ। ਤਾਂ ਸ਼ੁਰੂ ਕਰਦੇ ਰਾਜੇ। ਮੇਰੀ ਇੱਕ ਬੇਨਤੀ ਬਸ ਇੰਨੀ ਕੀ ਹੈਗੀ ਹੈ, ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਤਾਂ ਜੋ ਉਹਨਾਂ ਬੱਚਿਆਂ ਤੱਕ ਗੱਲ ਪਹੁੰਚ ਸਕੇ ਜਿਨ੍ਹਾਂ ਨੂੰ ਇਸ ਚੀਜ਼ਾਂ ਦੇ ਬਾਰੇ ਨਹੀਂ ਪਤਾ। ਤੇ ਜਿਵੇਂ ਆਪਾਂ ਕੱਲ ਦੁੱਲਾ ਭੱਟੀ ਦੀ ਵੀਡੀਓ ਪਾਈ ਸੀਗੀ, ਬਹੁਤ ਚੰਗੇ ਰਿਵਿਊ ਆਏ, ਮੇਰੀਆਂ ਭੈਣਾਂ ਨੇ ਕਮੈਂਟ ਕੀਤੇ ਵੀ ਸਾਨੂੰ ਨਹੀਂ ਪਤਾ ਸੀ ਅੱਜ ਤੋਂ ਪਹਿਲਾਂ ਦੁੱਲਾ ਭੱਟੀ ਜੀ ਬਾਰੇ। ਤਾਂ ਮੈਂ ਉਮੀਦ ਕਰਦਾ ਵੀ ਇਸ ਵੀਡੀਓ ਤੋਂ ਵੀ ਤੁਹਾਨੂੰ ਕੁਝ ਨਾ ਕੁਝ ਜਾਣਕਾਰੀ ਜ਼ਰੂਰ ਮਿਲੂਗੀ। ਤਾਂ ਗੱਲ ਕਰਦੇ ਹਾਂ ਜੀ ਪਹਿਲਾਂ ਭਾਈ ਸਾਹਿਬ ਜੀ ਦੀ। ਆਪਾਂ ਤੁਹਾਡੇ ਦਿਮਾਗ 'ਚ ਇਹ ਗੱਲ ਆਈ ਹੋਊਗੀ, ਜਾਂ ਭਾਈ ਮਨੀ ਸਿੰਘ ਜੀ ਦੇ ਬਾਰੇ ਆਪਾਂ ਇੱਕ ਗੱਲ ਇਹ ਪੜ੍ਹਦੇ ਹੁੰਦੇ ਆ ਵੀ ਇਹਨਾਂ ਨੇ ਦਮਦਮਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਬਾਣੀ ਲਿਖਵਾ ਰਹੇ ਸੀਗੇ ਤਾਂ ਲਿਖਾਰੀ ਕੌਣ ਸੀਗੇ? ਭਾਈ ਮਨੀ ਸਿੰਘ ਜੀ। ਤੇ ਜਦੋਂ ਗੁਰੂ ਅਰਜਨ ਦੇਵ ਜੀ ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਰ ਰਹੇ ਸੀਗੇ ਤਾਂ ਉਦੋਂ ਲਿਖਾਰੀ ਕੌਣ ਸੀਗੇ? ਭਾਈ ਗੁਰਦਾਸ ਜੀ। ਪਰ ਆਪਣੇ ਮਨ 'ਚ ਇਹ ਆਊਗਾ ਵੀ ਹੁਣ ਸ਼ਹੀਦੀ ਦਾ ਕਾਰਨ ਕੀ ਹੈਗਾ, ਜਦੋਂ ਇਹ ਲਿਖਾਰੀ ਸੀਗੇ ਤਾਂ ਸ਼ਹੀਦੀ ਦਾ ਕਾਰਨ ਕੀ ਬਣਿਆ। ਤਾਂ ਦੇਖਦੇ ਹਾਂ ਜੀ ਅੱਜ ਦੀ ਵੀਡੀਓ ਦੇ ਵਿੱਚ ਸ਼ਹੀਦੀ ਦਾ ਕਾਰਨ ਕੀ ਬਣਿਆ। ਸਭ ਤੋਂ ਪਹਿਲਾਂ ਅਗਰ ਆਪਾਂ ਇਹਨਾਂ ਦੀ ਜਨਮ ਦੀ ਗੱਲ ਕਰੀਏ, ਇਹਨਾਂ ਦਾ ਜਨਮ 10 ਮਾਰਚ 1644 ਈਸਵੀ ਨੂੰ ਪਿੰਡ ਅਲੀਪੁਰ, ਜ਼ਿਲ੍ਹਾ ਮੁਜ਼ੱਫਰਗੜ੍ਹ, ਜਿਹੜਾ ਕਿ ਹੁਣ ਪਾਕਿਸਤਾਨ ਦੇ ਵਿੱਚ ਹੈਗਾ, ਉੱਥੇ ਮੰਨਿਆ ਜਾਂਦਾ ਹੈ। ਤੇ ਜ਼ਿਆਦਾਤਰ ਜਿਹੜਾ ਇਤਿਹਾਸਿਕ ਤੱਥ ਹੈਗਾ, ਵੈਸੇ ਤਾਂ ਦੇਖੋ ਮਤਭੇਦ ਹੁੰਦੇ ਆ, ਮਤਭੇਦ ਇਹ ਵੀ ਹੈਗਾ, ਕਹਿੰਦੇ ਵੀ ਇਹਨਾਂ ਦਾ ਜਨਮ ਜਿਹੜਾ ਹੋਇਆ ਸੁਨਾਮ ਦੇ ਕੋਲੇ ਇੱਕ ਪਿੰਡ ਸੀਗਾ ਉੱਥੇ ਹੋਇਆ। ਪਰ ਜਿਹੜੇ ਜ਼ਿਆਦਾ ਇਤਿਹਾਸਿਕ ਸਰੋਤ ਹੈਗੇ ਆ ਉਹ ਇਹਨੂੰ ਹੀ ਸਹੀ ਮੰਨਦੇ ਆ, ਜ਼ਿਲ੍ਹਾ ਮੁਜ਼ੱਫਰਗੜ੍ਹ, ਪੱਛਮੀ ਪਾਕਿਸਤਾਨ ਨੂੰ। ਠੀਕ ਹੈ, ਤਾਂ ਚਲੋ ਆਪਾਂ ਜਸਟ ਇਹਦੇ ਤੋਂ ਉੱਪਰ ਆਪਾਂ ਬਹਿਸ ਨਹੀਂ ਕਰਨੀਗੀ। ਤਾਂ ਕਹਿਣ ਦਾ ਭਾਵ ਕੀ ਹੈਗਾ ਜੀ, ਭਾਈ ਮਨੀ ਸਿੰਘ ਜੀ ਦਾ ਜਨਮ 1644 ਈਸਵੀ ਨੂੰ ਹੋਇਆ ਤੇ ਕਿਹਨਾਂ ਦੇ ਗ੍ਰਹਿ ਵਿਖੇ ਹੋਇਆ? ਇਹਨਾਂ ਦੇ ਪਿਤਾ ਦਾ ਨਾਮ ਸੀਗਾ ਮਾਈ ਦਾਸ ਤੇ ਮਾਤਾ ਮਦਰੀ ਬਾਈ। ਠੀਕ ਹੈ ਜੀ, ਮਾਤਾ ਮਦਰੀ ਬਾਈ ਦੇ ਕੁੱਖੋਂ ਹੋਇਆ
ਤੇ ਭਾਈ ਮਨੀ ਸਿੰਘ ਜੀ ਨੇ ਗੁਰੂ ਹਰਰਾਏ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਜਿੰਨੇ ਵੀ ਆਪਣੇ ਗੁਰੂ ਹੋਏ ਨੇ ਉਹਨਾਂ ਦਾ ਸਭ ਦਾ ਸਾਥ ਮਾਨਿਆ। ਤਾਂ ਬਹੁਤ ਜਾਨੀ ਕਿ ਕਰਮਾਂ ਵਾਲੇ ਕਹਿ ਸਕਦੇ ਆਪਾਂ ਭਾਈ ਸਾਹਿਬ ਨੂੰ ਕਿ ਇਹਨਾਂ ਨੇ ਆਪਣੇ 4 ਤੋਂ ਲੈ ਕੇ 5 ਗੁਰੂ ਸਾਹਿਬਾਨ ਜੀ ਦਾ ਸਾਥ ਮਾਨਿਆ। ਤਾਂ ਬਚਪਨ ਦੇ ਵਿੱਚ ਇਹਨਾਂ ਦਾ ਨਾਮ ਮਣੀਆਂ ਰੱਖਿਆ ਗਿਆ, ਜਾਨੀ ਕਿ ਮਣੀ ਰਾਮ ਰੱਖਿਆ ਗਿਆ। ਭਾਈ ਮਨੀ ਸਿੰਘ ਤਾਂ ਬਾਅਦ ਦੇ ਵਿੱਚ ਇਹਨਾਂ ਨੇ ਜਦੋਂ ਅੰਮ੍ਰਿਤ ਛਕਿਆ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਸੋਂ, ਤਦ ਇਹਨਾਂ ਦਾ ਨਾਮ ਭਾਈ ਮਨੀ ਸਿੰਘ ਜੀ ਪਿਆ ਸੀਗਾ। ਪਰ ਇਹਨਾਂ ਦਾ ਜਿਹੜਾ ਬਾਏ ਬਰਥ ਨਾਮ ਹੈਗਾ ਉਹ ਮਣੀਆਂ, ਘਰ ਦੇ ਵਿੱਚ ਮਣੀਆਂ ਕਹਿੰਦੇ ਸੀਗੇ, ਵੈਸੇ ਇਹਨਾਂ ਦਾ ਨਾਮ ਸੀਗਾ ਮਣੀ ਰਾਮ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਜਿਹੜੇ ਇਹਨਾਂ ਦੇ ਦਾਦਾ ਜੀ ਸੀਗੇ, ਦਾਦਾ ਜੀ ਭਾਈ ਬੱਲੂ ਰਾਏ। ਠੀਕ ਹੈ ਜੀ, ਭਾਈ ਬੱਲੂ ਰਾਏ ਜੀ ਇਹ ਆਪਣੇ ਜਿਵੇਂ 6ਵੇਂ ਪਾਤਸ਼ਾਹ ਜੀ ਹੈਗੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ, ਉਹਨਾਂ ਦੀ ਜਿਹੜੀ ਫੌਜ ਹੈਗੀ ਆ ਉਹਦੇ ਵਿੱਚ ਉਹ ਕੀ ਸੀਗੇ, ਸਿਪਾਹੀ ਸੀਗੇ ਕਹਿ ਲਓ, ਜਾਂ ਸੈਨਾਪਤੀ ਕਹਿ ਸਕਦੇ ਆ ਤੁਸੀਂ। ਤਾਂ ਇਹਨਾਂ ਨੇ 1628 ਈਸਵੀ ਵਿੱਚ ਜਦੋਂ ਇਹਨਾਂ ਦੀ ਜੰਗ ਹੁੰਦੀ ਹੈ ਅੰਮ੍ਰਿਤਸਰ ਵਾਲੀ, ਤਾਂ ਉਦੋਂ ਸ਼ਹੀਦੀ ਪ੍ਰਾਪਤ ਕਰ ਗਏ ਸੀਗੇ। ਤਾਂ ਕਹਿਣ ਦਾ ਮਤਲਬ ਜਿਹੜੇ ਇਹਨਾਂ ਦੇ ਦਾਦਾ ਜੀ ਸੀਗੇ ਉਹ ਵੀ ਸ਼ਹੀਦ ਹੋਏ ਨੇ। ਤੇ ਕਿਹਨਾਂ ਦੇ ਟਾਈਮ ਸ਼ਹੀਦ ਹੋਏ ਨੇ? 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਟਾਈਮ ਤੇ ਸ਼ਹੀਦ ਹੋਏ ਆ। ਇਸ ਤੋਂ ਬਾਅਦ ਅੱਗੇ ਆਪਾਂ ਦੇਖਦੇ ਹਾਂ ਰਾਜੇ, ਜਿਵੇਂ ਜਦੋਂ ਭਾਈ ਸਾਹਿਬ ਜੀ ਮਸਾ 13 ਕੁ ਸਾਲ ਦੇ ਹੋਏ ਸੀਗੇ, 13 ਕੁ ਵਰਿਆਂ ਦੇ ਹੋਏ ਸੀਗੇ, ਤਾਂ ਇਹਨਾਂ ਦਾ ਪਰਿਵਾਰ ਜਿਹੜਾ ਹੈਗਾ ਉਹ ਕੀਰਤਪੁਰ ਸਾਹਿਬ ਜਾਂਦਾ ਹੈ। ਤੇ ਆਪਾਂ ਨੂੰ ਪਤਾ ਵੀ ਜਿਹੜੇ ਗੁਰੂ ਹਰਰਾਏ ਸਾਹਿਬ ਜੀ ਹੈਗੇ ਆ ਉਹਨਾਂ ਦਾ ਜਨਮ ਬਾਬਾ ਗੁਰਦਿੱਤਾ ਜੀ ਦੇ ਘਰ ਕੀਰਤਪੁਰ ਸਾਹਿਬ ਵਿਖੇ ਹੀ ਹੋਇਆ ਸੀਗਾ। ਤੇ ਉਹ ਜੋਤੀ ਜੋਤ ਵੀ ਕੀਰਤਪੁਰ ਸਾਹਿਬ ਵਿਖੇ ਹੀ ਸਮਾਏ ਸੀਗੇ। ਤਾਂ ਕੁਐਸਚਨ ਵੀ ਆਉਂਦਾ ਹੁੰਦਾ ਪੇਪਰਾਂ ਦੇ ਵਿੱਚ ਵੀ ਕਿਹੜੇ ਗੁਰੂ ਸਾਹਿਬਾਨ ਜੀ ਹੈਗੇ ਆ ਜਿਨ੍ਹਾਂ ਦਾ ਜਨਮ ਤੇ ਜੋਤੀ ਜੋਤ ਸਥਾਨ ਇੱਕੋ ਹੀ ਹੈ? ਤਾਂ ਗੁਰੂ ਹਰਰਾਏ ਸਾਹਿਬ ਜੀ ਹੈ। ਤਾਂ 13 ਕੁ ਵਰਿਆਂ ਦੇ ਸੀਗੇ, ਇਹਨਾਂ ਦਾ ਪਰਿਵਾਰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਕੀਰਤਪੁਰ ਸਾਹਿਬ ਆਉਂਦਾ ਹੈ। ਤੇ ਭਾਈ ਮਨੀ ਸਿੰਘ ਜੀ ਨੂੰ ਗੁਰੂ ਸਾਹਿਬ ਜੀ ਕੋਲੇ ਛੱਡ ਕੇ ਚਲੇ ਜਾਂਦੇ ਆ। ਕਿਉਂ ਛੱਡ ਕੇ ਚਲੇ ਜਾਂਦੇ ਆ? ਕਿਉਂਕਿ ਪੁਰਾਣੇ ਟਾਈਮ ਤੇ ਕੀ ਹੁੰਦਾ ਸੀ ਨਾ ਬੇਟਾ, ਪੁਰਾਣੇ ਟਾਈਮ ਤੇ 10-10 11-11 ਜਵਾਕ ਹੁੰਦੇ ਸੀਗੇ। ਤਾਂ ਉਦੋਂ ਇੱਕ ਰਵਾਇਤ ਹੁੰਦੀ ਸੀਗੀ ਵੀ ਇੱਕ ਜਾਂ ਦੋ ਜਿਹੜੇ ਬੱਚੇ ਹੈਗੇ ਆ ਗੁਰੂ ਦੇ ਲੇਖੇ ਲਾਏ ਜਾਂਦੇ ਸੀਗੇ, ਗੁਰੂ ਸਾਹਿਬ ਜੀ ਕੋਲੇ ਛੱਡ ਦਿੱਤੇ ਜਾਂਦੇ ਸੀਗੇ। ਤੇ ਅੱਜ ਕੱਲ ਆਪਣੇ ਕੋਲੇ ਕੀ ਹੈ ਜੀ, ਇੱਕ ਇੱਕ ਜਵਾਕ ਹੈਗਾ। ਠੀਕ ਹੈ, ਤਾਂ ਇੱਕ ਇੱਕ ਜਵਾਕ ਹੈਗਾ। ਪਹਿਲੀ ਗੱਲ ਤਾਂ ਪਰਮਾਤਮਾ ਅੱਗੇ ਅਰਦਾਸ ਕਰਦੇ ਵੀ ਉਹ ਜਵਾਕ ਲਾਇਕ ਨਿਕਲੇ ਵੀ ਆਪਾਂ ਨੂੰ ਪੁੱਛ ਲਵੇ ਤਾਂ ਬਹੁਤ ਵੱਡੀ ਗੱਲ ਹੈ, ਧਰਮ ਨੂੰ ਤਾਂ ਬਾਅਦ ਦੀ ਗੱਲ ਹੈਗੀ ਹੈ। ਤਾਂ ਕਹਿਣ ਦਾ ਭਾਵ ਕੀ ਹੈ, ਉਦੋਂ ਕੀ ਹੁੰਦਾ ਸੀਗਾ, ਇਹ ਰਵਾਇਤ ਹੁੰਦੀ ਸੀਗੀ ਪਰਿਵਾਰ ਦਾ ਘੱਟੋ ਘੱਟ ਇੱਕ ਬੱਚਾ ਜਾਂ ਇੱਕ ਤੋਂ ਵੱਧ ਬੱਚੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਭੇਂਟ ਕੀਤੇ ਜਾਂਦੇ ਸੀਗੇ। ਤਾਂ ਇਸ ਕਰਕੇ ਭਾਈ ਸਾਹਿਬ ਜੀ ਨੂੰ ਆਪਾਂ ਉਹਨਾਂ ਦਾ ਪਰਿਵਾਰ ਜਿਹੜਾ ਹੈਗਾ ਗੁਰੂ ਹਰਰਾਏ ਸਾਹਿਬ ਜੀ ਦੇ ਕੋਲੇ ਛੱਡ ਜਾਂਦਾ ਕੀਰਤਪੁਰ ਸਾਹਿਬ ਵਿਖੇ। ਚਲੋ ਇੱਥੋਂ ਜਰਨੀ ਸਟਾਰਟ ਹੁੰਦੀ ਹੈ ਭਾਈ ਸਾਹਿਬ ਜੀ ਦੀ। ਤਾਂ 2 ਸਾਲ ਭਾਈ ਮਨੀ ਸਿੰਘ ਜੀ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਰਹਿ ਕੇ ਲੰਗਰ ਦੀ ਸੇਵਾ ਕਰਦੇ ਆ ਦਿਲੋਂ ਜਾਨ ਦੇ ਨਾਲ। ਇੱਥੇ ਗੁਰੂ ਸਾਹਿਬ ਜੀ ਦੀ ਦੇਖ ਰੇਖ ਹੇਠ ਉਹਨਾਂ ਨੇ ਗੁਰਬਾਣੀ ਵੀ ਸਿੱਖੀ, ਸੰਥਿਆ ਵੀ ਲਈ। ਤਾਂ ਕਹਿਣ ਦਾ ਮਤਲਬ ਗੁਰੂ ਹਰਰਾਏ ਸਾਹਿਬ ਜੀ ਦੇ ਦੇਖ ਰੇਖ ਦੇ ਹੇਠ ਇਹ ਸੇਵਾ ਕਰਦੇ ਰਹੇ। 15 ਕੁ ਸਾਲ ਦੀ ਉਮਰ ਵਿੱਚ ਇਹਨਾਂ ਦਾ ਵਿਆਹ ਹੋ ਗਿਆ ਸੀਗਾ। ਲੱਖੀ ਰਾਏ ਦੀ ਪੁੱਤਰੀ ਸੀਗੀ ਬੀਬੀ ਸੀਤੋ, ਉਹਨਾਂ ਨਾਲ ਇਹਨਾਂ ਦਾ ਵਿਆਹ ਹੋਇਆ। ਤੇ ਕੁਝ ਕੁ ਦੇਰ ਇਹਨਾਂ ਨੇ ਵਿਆਹੁਤਾ ਜੀਵਨ ਗੁਜ਼ਾਰਿਆ। ਪਰ ਉਸ ਤੋਂ ਬਾਅਦ ਫਿਰ ਇਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਸੇਵਾ ਵਾਸਤੇ ਦਿੱਲੀ ਆ ਗਏ। ਤੇ ਆਪਾਂ ਸਭ ਨੇ ਪੜਿਆ ਹੋਇਆ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਿੱਲੀ ਆਏ ਸੀ ਕਿਉਂਕਿ ਦਿੱਲੀ ਚੇਚਕ ਦੀ ਬਿਮਾਰੀ ਫੈਲੀ ਹੋਈ ਸੀ। ਇਹ ਆਪਾਂ ਬਹੁਤ ਡਿਟੇਲ 'ਚ ਪੜਿਆ, ਜਿੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾ ਜਾਂਦੇ ਆ। ਤਾਂ ਆਪਾਂ ਨੂੰ ਪਤਾ ਵੀ ਲਾਸਟ ਵਰਡ ਉਹ ਬੋਲ ਕੇ ਜਾਂਦੇ ਆ ਬਾਬਾ ਬਕਾਲਾ। ਤਾਂ ਕਹਿਣ ਦਾ ਮਤਲਬ ਪਹਿਲਾਂ ਗੁਰੂ ਹਰਰਾਏ ਸਾਹਿਬ ਜੀ ਕੋਲ ਰਹਿੰਦੇ ਸੀਗੇ ਭਾਈ ਮਨੀ ਸਿੰਘ ਜੀ। ਫਿਰ ਉਹਨਾਂ ਦੀ ਸ਼ਾਦੀ ਹੋ ਗਈ। ਸ਼ਾਦੀ ਦੇ ਵਿੱਚ ਉਸ ਤੋਂ ਬਾਅਦ ਉਹਨਾਂ ਨੇ ਸ਼ਾਦੀ ਤੋਂ ਬਾਅਦ ਫਿਰ ਕੀ ਆ ਗਏ, ਉਹ ਦੁਬਾਰਾ ਫਿਰ ਕਿੱਥੇ ਚਲੇ ਗਏ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਸੇਵਾ ਵਾਸਤੇ ਦਿੱਲੀ ਵਿੱਚ ਚਲੇ ਜਾਂਦੇ ਆ। ਦਿੱਲੀ ਤੋਂ ਬਾਅਦ ਕੀ ਹੁੰਦਾ, ਜਦੋਂ 30 ਮਾਰਚ 1664 ਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾ ਜਾਂਦੇ ਆ। ਤਾਂ ਇਹ ਕੀ ਕਰਦੇ ਨੇ, ਮਾਤਾ ਸੁਲੱਖਣੀ ਜੀ ਨਾਲ, ਠੀਕ ਹੈ ਜੀ, ਮਾਤਾ ਸੁਲੱਖਣੀ ਜੀ ਨਾਲ ਕਿੱਥੇ ਆ ਜਾਂਦੇ, ਗੁਰੂ ਤੇਗ ਬਹਾਦਰ ਜੀ ਕੋਲੇ ਆ ਜਾਂਦੇ ਆ। ਤਾਂ ਗੁਰੂ ਤੇਗ ਬਹਾਦਰ ਜੀ ਕੋਲੇ ਬਕਾਲੇ ਪਹੁੰਚ ਜਾਂਦੇ ਆ। ਜਾਨੀ ਕਿ ਹੁਣ 9ਵੇਂ ਗੁਰੂ ਸਾਹਿਬ ਜੀ ਕੋਲੇ ਪਹੁੰਚ ਗਏ। ਪਹਿਲਾਂ 7ਵੇਂ ਗੁਰੂ ਸਾਹਿਬ ਜੀ, ਫਿਰ 8ਵੇਂ ਗੁਰੂ ਸਾਹਿਬ ਜੀ, ਹੁਣ 9ਵੇਂ ਗੁਰੂ ਸਾਹਿਬ ਜੀ। ਤਾਂ 3 ਗੁਰੂ ਸਾਹਿਬ ਜੀ ਦਾ ਇਹਨਾਂ ਨੇ ਸਾਥ ਮੰਨ ਲਿਆ। ਤਾਂ ਹੁਣ ਜਦੋਂ ਗੁਰੂ ਤੇਗ ਬਹਾਦਰ ਜੀ ਕੋਲੇ ਆਉਂਦੇ ਆ ਤਾਂ ਉਦੋਂ ਜਿਹੜੇ ਆਪਣੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੁੰਦੇ ਆ, ਉਹਨਾਂ ਦਾ ਨਾਮ ਹੁੰਦਾ ਗੁਰੂ ਗੋਬਿੰਦ ਰਾਏ। ਠੀਕ ਹੈ, ਉਦੋਂ ਆਪਣਾ ਖਾਲਸਾ ਪੰਥ ਦੀ ਸਾਜਨਾ ਨਹੀਂ ਹੋਈ ਹੁੰਦੀ। ਤਾਂ ਛੋਟੀ ਉਮਰ ਤੋਂ ਹੀ ਗੁਰੂ ਗੋਬਿੰਦ ਰਾਏ ਜੀ ਦਾ ਇਹ ਸਾਥ ਮੰਨਦੇ ਆ। ਕੌਣ? ਭਾਈ ਮਨੀ ਸਿੰਘ ਜੀ। ਤਾਂ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਗੋਬਿੰਦ ਸਿੰਘ ਜੀ ਤੋਂ ਇਹਨਾਂ ਨੇ ਅਰਥ ਵੀ ਸਿੱਖਦੇ ਰਹੇ, ਯਾਨੀ ਕਿ ਸੰਥਿਆ ਵੀ ਪ੍ਰਾਪਤ ਕਰਦੇ ਰਹੇ ਹੈ। ਤਾਂ ਕਹਿਣ ਦਾ ਮਤਲਬ ਕੀ ਹੈ, ਫਿਰ ਇਹ ਗੁਰੂ ਸਾਹਿਬ ਜੀ ਤੋਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਗੱਦੀ ਤੇ ਬੈਠਦੇ ਆ ਤਾਂ ਇਹ ਗੁਰੂ ਸਾਹਿਬ ਜੀ ਤੋਂ ਆਗਿਆ ਲੈ ਕੇ ਕੁਝ ਸਮੇਂ ਵਾਸਤੇ ਘਰ ਚਲੇ ਜਾਂਦੇ ਆ ਵਾਪਸ। ਤੇ ਆਪਣੇ 2 ਭਰਾਵਾਂ ਨਾਲ ਫਿਰ ਅਨੰਦਪੁਰ ਸਾਹਿਬ ਵਾਪਸ ਆ ਜਾਂਦੇ ਆ। ਜਦੋਂ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਆਉਂਦੇ ਆ ਨਾ ਤਾਂ ਫਿਰ ਵਾਪਸ ਚਲੇ ਜਾਂਦੇ ਆ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਾਸਤੇ। ਤਾਂ ਕਹਿਣ ਦਾ ਮਤਲਬ ਕੀ ਹੈਗਾ ਵੀ ਜੇ ਦੇਖੋ ਗੁਰੂ ਹਰਰਾਏ ਸਾਹਿਬ ਜੀ ਤੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੋਂ ਗੁਰੂ ਤੇਗ ਬਹਾਦਰ ਜੀ, ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦੇਣ ਵਾਸਤੇ ਅਨੰਦਪੁਰ ਸਾਹਿਬ ਪਹੁੰਚ ਜਾਂਦੇ ਆ। ਤੇ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਦੇ ਵਿੱਚ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਵੀ ਲਿਖਿਆ, ਤੁਹਾਨੂੰ ਪਤਾ ਹੀ ਹੈ, ਦਮਦਮਾ ਸਾਹਿਬ ਵਿਖੇ। ਤੇ ਤੁਹਾਨੂੰ ਇਹ ਵੀ ਪਤਾ ਹੋਊਗਾ ਵੀ ਬਾਬਾ ਦੀਪ ਸਿੰਘ ਜੀ ਨੇ ਇਤਿਹਾਸਿਕ ਬੀੜਾਂ ਤਿਆਰ ਕੀਤੀਆਂ ਸੀਗੀਆਂ। ਇਤਿਹਾਸਿਕ ਬੀੜਾਂ ਤਿਆਰ ਕਰਵਾ ਕੇ ਜਿਹੜੇ ਆਪਣੇ ਤਖਤ ਹੈਗੇ ਆ ਉੱਥੇ ਬਾਬਾ ਦੀਪ ਸਿੰਘ ਜੀ ਦੇ ਹੱਥ ਲਿਖਤ ਬੀੜਾਂ ਅੱਜ ਵੀ ਮੌਜੂਦ ਹੈਗੀਆਂ ਨੇ। ਤਾਂ ਇਹ ਜਿਹੜੀ ਇਹ ਬਾਬਾ ਦੀਪ ਸਿੰਘ ਜੀ ਦੀ ਮਦਦ ਦੇ ਨਾਲ, ਜਾਂ ਆਪਾਂ ਕਹਿੰਦੇ ਨੇ ਨਾ ਵੀ ਪੋਥੀਆਂ ਦੀ ਸੰਥਿਆ ਕਿਹਨੇ ਕੀਤੀ, ਜਾਂ ਪੋਥੀ ਸਾਹਿਬ ਕਿਹਨੇ ਲਿਖਿਆ, ਜ਼ਿਆਦਾਤਰ ਪੋਥੀ ਸਾਹਿਬ ਜਿਹੜਾ ਹੈਗਾ ਉਹ ਭਾਈ ਮਨੀ ਸਿੰਘ ਜੀ ਦਾ ਨਾਮ ਆਉਂਦਾ ਹੈ।
ਤਾਂ ਬਾਬਾ ਦੀਪ ਸਿੰਘ ਜੀ ਦੀ ਮਦਦ ਦੇ ਨਾਲ ਇਹਨਾਂ ਨੇ ਕਾਪੀਆਂ ਹੱਥ ਲਿਖਤ ਕਰਕੇ, ਯਾਨੀ ਕਿ ਹੱਥ ਨਾਲ, ਉਦੋਂ ਕਿਹੜਾ ਮਸ਼ੀਨਾਂ ਹੁੰਦੀਆਂ ਸੀਗੀਆਂ, ਹੱਥ ਦੇ ਨਾਲ ਲਿਖ ਲਿਖ ਕੇ ਸਿੱਖੀ ਦਾ ਪ੍ਰਚਾਰ ਕੀਤਾ। ਤਾਂ ਕਹਿਣ ਦਾ ਮਤਲਬ ਕੀ ਹੈਗਾ, ਇਹਨਾਂ ਨੇ ਸਿੱਖੀ ਦਾ ਵੀ ਬਹੁਤ ਪ੍ਰਚਾਰ ਕੀਤਾ। ਤਾਂ ਹੁਣ ਆਪਾਂ ਇੱਕ ਇਹ ਵੀ ਕੁਐਸਚਨ ਐਗਜ਼ਾਮ ਦੇ ਵਿੱਚ ਆਉਂਦਾ ਹੁੰਦਾ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ 'ਚ ਕਿੰਨੇ ਕਵੀ ਸੀਗੇ? 52 ਕਵੀ ਸੀਗੇ, ਤੇ ਉਹਨਾਂ ਕਵੀਆਂ ਦੇ ਵਿੱਚੋਂ ਭਾਈ ਮਨੀ ਸਿੰਘ ਜੀ ਦਾ ਅਹਿਮ ਸਥਾਨ ਸੀਗਾ, ਇਹ ਵੀ ਨੋਟ ਕਰ ਲਿਓ। ਤਾਂ ਆਪ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਾਰੀ ਵੀ ਰਹੇ ਨੇ, ਕਥਾਵਾਚਕ ਵੀ ਰਹੇ ਆ। ਤੇ ਇੱਕ ਕੁਐਸਚਨ ਆਉਂਦਾ ਹੁੰਦਾ ਭਗਤਾਂ ਦੀ ਰਚਨਾ ਵਾਲੀ, ਠੀਕ ਹੈ, ਭਗਤਮਾਲਾ ਜਿਹਨੂੰ ਆਪਾਂ ਕਹਿ ਦਿੰਦੇ ਆ, ਇਹਦੇ ਲਿਖਾਰੀ ਵੀ ਕੌਣ ਨੇ? ਭਾਈ ਮਨੀ ਸਿੰਘ। ਇਹ ਵੀ ਤੁਹਾਡੇ ਪੇਪਰ ਵਾਸਤੇ ਕੁਐਸਚਨ ਆਉਂਦਾ ਹੁੰਦਾ ਹੈ। ਜੇ ਤੁਸੀਂ ਅੱਜ ਦੀ ਵੀਡੀਓ ਪੇਪਰ ਵਾਸਤੇ ਵੀ ਦੇਖ ਲਓਗੇ ਨਾ, ਤਾਂ ਵੀ ਤੁਹਾਡੇ 3 ਤੋਂ 4 ਕੁਐਸਚਨ ਕਵਰ ਹੋ ਜਾਣਗੇ। ਪਰ ਕਈ ਵੀਡੀਓ ਅਜਿਹੀਆਂ ਹੁੰਦੀਆਂ ਨੇ ਜਿਹੜੀਆਂ ਆਪਾਂ ਪੇਪਰ ਦੇ ਪੱਖ ਤੋਂ ਨਹੀਂ, ਆਪਾਂ ਆਪਣੇ ਇਤਿਹਾਸ ਨਾਲ ਜੁੜਨ ਦੇ ਪੱਖ ਤੋਂ ਦੇਖਣੀਆਂ ਚਾਹੀਦੀਆਂ। ਤਾਂ ਪਰ ਵੈਸੇ ਮੈਂ ਨਾਲ ਨਾਲ ਤੁਹਾਨੂੰ ਜਾਣਕਾਰੀ ਵਾਸਤੇ ਦੱਸ ਰਿਹਾ ਵੀ ਤੁਹਾਡੇ ਪੇਪਰਾਂ ਵਿੱਚ ਵੀ ਇਹ ਚੀਜ਼ ਪੁੱਛੀ ਜਾਂਦੀ ਹੈ। ਤਾਂ ਕਹਿਣ ਦਾ ਮਤਲਬ ਕੀ ਹੈ, ਲਿਖਾਰੀ ਵੀ ਰਹੇ ਨੇ, ਠੀਕ ਹੈ ਜੀ। ਇਹਨਾਂ ਨੇ ਪੋਥੀਆਂ ਦੀ ਵੀ ਸੰਥਿਆ ਕੀਤੀ ਹੈ, ਪੋਥੀਆਂ ਦੀ ਵੀ ਲਿਖ ਲਿਖ ਕੇ ਪੋਥੀਆਂ ਦੇ ਸਿੱਖੀ ਦਾ ਪ੍ਰਚਾਰ ਕੀਤਾ, ਤੇ 52 ਕਵੀਆਂ ਵਿੱਚੋਂ ਅਹਿਮ ਸਥਾਨ ਰੱਖਦੇ ਸੀਗੇ। ਹੁਣ ਤੁਹਾਨੂੰ ਹੈਰਾਨੀ ਹੋਊਗੀ, ਕਵੀਆਂ ਦੇ ਨਾਲ ਨਾਲ ਏਕ ਬਹਾਦਰ ਸੂਰਮੇ ਵੀ ਸੀਗੇ। ਤਾਂ ਇਹਨਾਂ ਨੂੰ ਪ੍ਰਧਾਨ ਮੰਤਰੀ ਯਾਨੀ ਕਿ ਦੀਵਾਨ ਵੀ ਸੌਂਪਿਆ ਸੀਗਾ, ਥਾਪਿਆ ਸੀਗਾ ਆਪਣੇ ਗੁਰੂ ਗੋਬਿੰਦ ਸਿੰਘ ਜੀ ਨੇ। ਉਹ ਆਪਾਂ ਅੱਗੇ ਦੇਖਦੇ ਹਾਂ। ਤਾਂ ਅੱਗੇ ਹੁੰਦਾ ਕੀ ਹੈ ਰਾਜੇ, ਕਹਿੰਦੇ ਜੀ ਭਾਈ ਮਨੀ ਸਿੰਘ ਸਿਰਫ ਕਲਮ ਦੇ ਧਨੀ ਨਹੀਂ ਸੀਗੇ, ਬਲਕਿ ਤਲਵਾਰ ਦੇ ਵੀ ਧਨੀ ਸੀਗੇ। ਕਿਉਂਕਿ ਜਿਹੜਾ ਸਿੱਖੀ ਦਾ ਜਿਹੜਾ ਆਈਡੀਓਲੋਜੀ ਹੈਗੀ ਹੈ, ਉਹ ਸੰਤ ਸਿਪਾਹੀ ਵਾਲੀ ਹੈ, ਠੀਕ ਹੈ। ਸੰਤ ਦਾ ਮਤਲਬ ਆਪਾਂ ਪਾਠ ਵੀ ਕਰਦੇ ਹਾਂ, ਤੇ ਸਿਪਾਹੀ ਜੇ ਕਿਤੇ ਜ਼ੁਲਮ ਹੋ ਰਿਹਾ ਤਾਂ ਉਹ ਜ਼ੁਲਮ ਨੂੰ ਰੋਕਣਾ, ਇਹ ਵੀ ਇੱਕ ਸਿੱਖ ਦਾ ਕੀ ਹੈ ਜੀ, ਮੁੱਢਲਾ ਫਰਜ਼ ਹੈ। ਤਾਂ ਕਹਿੰਦੇ ਜੀ ਪਾਉਂਟਾ ਸਾਹਿਬ ਵਿਖੇ ਜਿਹੜੀ ਭੰਗਾਣੀ ਦਾ ਸਥਾਨ ਤੇ ਜੰਗ ਹੋਇਆ ਸੀਗਾ, ਤਾਂ ਭਾਈ ਮਨੀ ਸਿੰਘ ਜੀ ਨੇ ਬਾਕੀ ਗੁਰਸਿੱਖਾਂ ਦੇ ਨਾਲ ਰਲ ਕੇ ਸੂਰਮਗਤੀ ਦੇ ਉਹ ਜੌਹਰ ਦਿਖਾਏ ਸੀਗੇ। ਤਾਂ ਦੇਖਣ ਵਾਲੇ ਦੰਗ ਰਹਿ ਗਏ ਸੀਗੇ। ਕਹਿਣ ਦਾ ਮਤਲਬ ਇਹ ਨਹੀਂ ਹੈਗਾ ਵੀ ਇਕੱਲੇ ਕਲਮ ਦੇ ਧਨੀ ਹੈਗੇ ਆ, ਤਲਵਾਰ ਦੇ ਧਨੀ ਵੀ ਹੈਗੇ ਆ। ਤੇ ਇਸ ਜੰਗ ਦੇ ਵਿੱਚ ਆਪ ਜੀ ਦੇ ਇੱਕ ਭਰਾ ਸੀਗੇ ਹਰੀ ਚੰਦ, ਕਈ ਹਠੀ ਚੰਦ ਵੀ ਕਹਿੰਦੇ ਆ, ਹਰੀ ਚੰਦ ਵੀ ਕਹਿੰਦੇ ਆ। ਤਾਂ ਕਹਿਣ ਦਾ ਮਤਲਬ ਇਹਨਾਂ ਦੇ ਇੱਕ ਭਰਾ ਜੀ ਉੱਥੇ ਸ਼ਹੀਦੀ ਪਾ ਗਏ ਸੀਗੇ। ਕਿਹੜੀ ਜੰਗ ਦੇ ਵਿੱਚ? ਭੰਗਾਣੀ ਦੇ ਜੰਗ ਦੇ ਵਿੱਚ। ਤਾਂ ਅੱਗੇ ਅਗਰ ਆਪਾਂ ਗੱਲ ਕਰੀਏ, ਇਸੇ ਤਰ੍ਹਾਂ ਨੰਦੌਣ ਦੀ ਜੰਗ ਹੁੰਦੀ ਹੈ 1688 ਨੂੰ। ਤਾਂ ਉੱਥੇ ਵੀ ਕਹਿੰਦੇ ਜੀ ਇਸ ਜੰਗ ਦੇ ਵਿੱਚ ਵੀ ਕਹਿੰਦੇ ਜੀ ਇਹਨਾਂ ਨੇ ਬਹੁਤ ਜੌਹਰ ਦਿਖਾਏ ਸੀਗੇ। ਤਾਂ ਇਸ ਜੰਗ ਦੇ ਵਿੱਚ ਇਹਨਾਂ ਦੀ ਬਹਾਦਰੀ ਦੇਖ ਕੇ ਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪ ਜੀ ਨੂੰ ਪ੍ਰਧਾਨ ਮੰਤਰੀ ਯਾਨੀ ਕਿ ਦੀਵਾਨ ਦੀ ਉਪਾਧੀ ਬਖਸ਼ੀ ਸੀਗੀ, ਠੀਕ ਹੈ ਜੀ। ਤਾਂ ਹੁਣ ਇਹ ਸੈਨਾ ਦਾ ਕੰਮ ਵੀ ਦੇਖਦੇ ਸੀਗੇ, ਉਤੋਂ ਟਾਈਮ ਕੱਢ ਕੇ ਪੋਥੀਆਂ ਵੀ ਲਿਖਦੇ ਸੀਗੇ, ਤੇ ਨਾਲ ਸੰਥਿਆ ਵੀ ਦਿੰਦੇ ਸੀਗੇ। ਤਾਂ ਬਹੁਤ ਸਾਰੀ ਸੇਵਾ ਇਹਨਾਂ ਨੇ ਸਿੱਖੀ ਦੇ ਪ੍ਰਚਾਰ ਵਾਸਤੇ ਕੀਤੀ ਹੈ। ਤਾਂ ਕਹਿੰਦੇ ਜੀ ਸਾਧ ਸੰਗਤ ਦੀ ਬੇਨਤੀ ਫਿਰ ਮੰਨ ਕੇ, ਜਦੋਂ ਸਾਧ ਸੰਗਤ ਨੂੰ ਪਤਾ ਲੱਗ ਗਿਆ ਵੀ ਇਹ ਬਹੁਤ ਜ਼ਿਆਦਾ ਵਿਦਵਾਨ ਨੇ, ਤਾਂ ਸਾਧ ਸੰਗਤ ਦੀ ਬੇਨਤੀ ਹੈ ਤੇ ਭਾਈ ਮਨੀ ਸਿੰਘ ਦੀ ਜਿਹੜੀ ਵਿਦਵਤਾ ਤੇ ਗਿਆਨ ਨੂੰ ਦੇਖਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਇਹਨਾਂ ਨੂੰ ਕਿਹਾ ਜੀ ਤੁਸੀਂ ਹਰਿਮੰਦਰ ਸਾਹਿਬ ਜਾਓ। ਤਾਂ ਹਰਿਮੰਦਰ ਸਾਹਿਬ ਵਿਖੇ ਇਹਨਾਂ ਨੇ ਅਕਾਲ ਬੁੰਗੇ ਦਾ ਸੇਵਾਦਾਰ ਨਿਯੁਕਤ ਕੀਤਾ ਗਿਆ। ਅਕਾਲ ਬੁੰਗਾ ਯਾਨੀ ਕਿ ਜਿਹੜਾ ਅਕਾਲ ਤਖਤ ਸਾਹਿਬ ਨੂੰ ਆਪਾਂ ਪਹਿਲਾਂ ਅਕਾਲ ਬੁੰਗਾ ਕਹਿੰਦੇ ਸੀਗੇ। ਤੁਹਾਨੂੰ ਮੈਂ ਪੜਾਇਆ ਹੋਇਆ ਹੈ ਅਕਾਲ ਬੁੰਗੇ ਬਾਰੇ ਵੀ, ਜੇ ਨਹੀਂ ਪੜਿਆ ਤਾਂ ਦੁਬਾਰਾ ਮੈਂ ਕਰਵਾ ਵੀ ਦਊਂਗਾ ਤੁਹਾਨੂੰ। ਇੱਕ ਮੈਂ ਵੈਸੇ ਮੈਰਾਥਨ 'ਚ ਦੱਸਿਆ ਸੀਗਾ, ਇੱਕ ਸਪੈਸ਼ਲ ਵੀਡੀਓ ਵੀ ਆ ਜਾਊਗੀ। ਜਿਹੜਾ ਅਕਾਲ ਤਖਤ ਸਾਹਿਬ ਹੈਗਾ, ਉਹਦੀਆਂ ਜਿਹੜੀਆਂ 5 ਮੰਜ਼ਲਾਂ ਹੈਗੀਆਂ ਨੇ, ਉਹਦੇ ਵਿੱਚੋਂ ਪਹਿਲੀ ਮੰਜ਼ਲ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਿਆਰ ਕਰਵਾਈ ਹੈ। ਫਿਰ ਕਿਹਨੇ ਤਿਆਰ ਕਰਵਾਈ ਹੈ, ਉੱਤੇ ਗੋਬਿੰਦ ਕਿਹਨੇ ਤਿਆਰ ਕਰਵਾਇਆ, ਇਹਦੇ ਬਾਰੇ ਵੀ ਆਪਾਂ ਸਪੈਸ਼ਲ ਵੀਡੀਓ ਵਿੱਚ ਕਰਾਂਗੇ। ਤਾਂ ਕਹਿਣ ਦਾ ਮਤਲਬ ਇਹ ਕਿੱਥੇ ਆ ਗਏ, ਫਿਰ ਆਪਾਂ ਹਰਿਮੰਦਰ ਸਾਹਿਬ ਆ ਗਏ ਹੈ। ਬਸ ਇੱਥੋਂ ਸ਼ੁਰੂ ਹੁੰਦਾ ਇਹਨਾਂ ਦਾ ਸ਼ਹੀਦੀ ਦਾ ਕਾਰਨ। ਤਾਂ ਹਰਿਮੰਦਰ ਸਾਹਿਬ ਜਦੋਂ ਆ ਜਾਂਦੇ ਆ ਤਾਂ ਇੱਥੇ ਇਹ ਤੀਜੇ ਹੈੱਡ ਗ੍ਰੰਥੀ ਬਣਦੇ ਆ। ਤੁਹਾਨੂੰ ਮੈਂ ਦੱਸਿਆ ਪਹਿਲੇ ਹੈੱਡ ਗ੍ਰੰਥੀ ਕੌਣ ਸੀਗੇ? ਬਾਬਾ ਬੁੱਢਾ ਜੀ, ਦੂਜੇ ਭਾਈ ਗੁਰਦਾਸ ਜੀ, ਤੇ ਤੀਜੇ ਹੈੱਡ ਗ੍ਰੰਥੀ ਕੌਣ ਬਣਦੇ ਆ? ਭਾਈ ਮਨੀ ਸਿੰਘ ਜੀ ਬਣਦੇ ਆ। ਤੇ ਹੁਣ ਭਾਈ ਮਨੀ ਸਿੰਘ ਜੀ ਦੇ ਸਮੇਤ ਕਹਿੰਦੇ ਕੁੱਲ 12 ਭਰਾ। ਇੱਕ ਇਹਨਾਂ ਦਾ ਭਰਾ ਸੀਗਾ ਅਮਰਚੰਦ। ਅਮਰਚੰਦ ਜੀ ਇੱਕ ਛੋਟੀ ਉਮਰ ਵਿੱਚ ਹੀ ਕਾਲ ਚਲਾਣਾ ਕਰ ਗਏ ਸੀਗੇ। ਤਾਂ ਕਹਿਣ ਦਾ ਮਤਲਬ ਟੋਟਲ 11 ਭਰਾ ਜਿਹੜੇ ਹੈਗੇ ਆ ਉਹ ਸ਼ਹੀਦ ਹੋਏ ਆ ਸਿੱਖੀ ਦੀ ਖਾਤਰ। ਤੇ ਕਹਿੰਦੇ ਜੀ ਆਪ ਜੀ ਨੇ ਗੁਰੂ ਹਰਿਰਾਏ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਗੁਰੂ ਸਾਹਿਬਾਨ ਜੀ ਦੇ ਦਰਸ਼ਨ ਕੀਤੇ। ਤੇ ਆਪ ਜੀ ਦਾ ਪਹਿਲਾ ਨਾਮ ਸੀਗਾ ਮਨੀਆ, ਜੋ ਕਿ ਅੰਮ੍ਰਿਤ ਦੀ ਪਵਿੱਤਰ ਦਾਤ ਪ੍ਰਾਪਤ ਕਰਨ ਤੋਂ ਬਾਅਦ ਭਾਈ ਮਨੀ ਸਿੰਘ ਦੇ ਰੂਪ ਦੇ ਵਿੱਚ ਬਦਲ ਗਿਆ। ਇਹ ਤੁਹਾਨੂੰ ਮੈਂ ਦੱਸ ਚੁੱਕਿਆ, ਇਹ ਦੁਬਾਰਾ ਮੈਂ ਲਿਖਤਾ। ਆ ਕੁਝ ਕੁ ਵੇਰਵਾ ਮੈਨੂੰ ਇਤਿਹਾਸ ਦੇ ਵਿੱਚੋਂ ਮਿਲਿਆ, ਠੀਕ ਹੈ, ਕੁਝ ਕੁ ਭਰਾਵਾਂ ਦਾ, ਯਾਨੀ ਕਿ 11 ਭਰਾ ਜਿਹੜੇ ਇਹਨਾਂ ਦੇ ਹੋਏ ਆ। ਇੱਕ ਭਰਾ ਦੀ ਡੈਥ ਤਾਂ ਚਲੋ ਦੇਖੋ ਤੁਹਾਨੂੰ ਮੈਂ ਦੱਸ ਦਿੱਤਾ, ਬਾਈ ਬਰਥ ਹੋ ਗਈ ਸੀਗੀ। ਤੇ ਇਹਨਾਂ ਵਿੱਚ ਜੇ ਤੁਸੀਂ ਭਾਈ ਦਿਆਲਾ ਜੀ ਦਾ ਨਾਮ ਸੁਣਿਆ ਹੋਊਗਾ, ਜਿਨ੍ਹਾਂ ਨੂੰ ਦੇਗ ਦੇ ਵਿੱਚੋਂ ਬਾਲਿਆ ਗਿਆ ਸੀਗਾ, ਭਾਈ ਦਿਆਲਾ ਜੀ ਦਾ ਨਾਮ ਸੁਣਿਆ ਹੋਇਆ। ਜਦੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੁੰਦੀ ਹੈ, ਠੀਕ ਹੈ ਜੀ, ਤਾਂ ਭਾਈ ਦਿਆਲਾ ਜੀ, ਠੀਕ ਹੈ ਜੀ, ਭਾਈ ਮਤੀ ਦਾਸ, ਠੀਕ ਹੈ ਜੀ, ਇਹਨਾਂ ਦੀ ਸ਼ਹੀਦੀ ਵੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਹੁੰਦੀ ਹੈ। ਤਾਂ ਭਾਈ ਦਿਆਲਾ ਜੀ ਜਿਹੜੇ 11 ਨਵੰਬਰ 1675 ਨੂੰ ਸ਼ਹੀਦ ਹੁੰਦੇ ਆ ਦਿੱਲੀ ਵਿਖੇ, ਇਹਨਾਂ ਦੇ ਭਰਾ ਸੀਗੇ ਭਾਈ ਹਰੀ ਚੰਦ, ਜਿਹਨੂੰ ਆਪਾਂ ਹਠੀ ਚੰਦ ਵੀ ਕਹਿ ਦਿੰਦੇ ਆ, ਜਿਹੜਾ ਤੁਹਾਨੂੰ ਮੈਂ ਹੁਣ ਦੱਸਿਆ ਭੰਗਾਣੀ ਦੇ ਯੁੱਧ ਵਿੱਚ ਭਾਈ ਹਠੀ ਚੰਦ, ਭਾਈ ਸੋਹਣ ਚੰਦ, ਭਾਈ ਲਹਿਣਾ ਜੀ, ਭਾਈ ਦਾਨ ਸਿੰਘ, ਭਾਈ ਰਾਏ ਸਿੰਘ, ਭਾਈ ਮਾਨ ਸਿੰਘ, ਭਾਈ ਜੇਠਾ ਸਿੰਘ, ਭਾਈ ਰੂਪ ਸਿੰਘ, ਤੇ ਭਾਈ ਮਨੀ ਸਿੰਘ ਜੀ ਖੁਦ, ਤੇ ਭਾਈ ਜਗਤ ਸਿੰਘ, ਠੀਕ ਹੈ ਜੀ। ਤਾਂ ਇਹ ਸਾਰੇ ਜਿਹੜੇ ਸ਼ਹੀਦ ਹੋਏ ਨੇ ਰਾਜੇ, ਇਹ ਸਾਰੇ ਆ ਵੇਰਵਾ ਹੈਗਾ ਭਾਈ ਮਨੀ ਸਿੰਘ ਜੀ ਦੇ ਪਰਿਵਾਰ ਦਾ। ਇਸ ਤੋਂ ਇਲਾਵਾ ਇਹਨਾਂ ਦੇ ਬੇਟੇ, ਹੁਣ ਇਹਨਾਂ ਦੇ ਬੇਟਿਆਂ ਵਿੱਚ ਸਾਰਿਆਂ ਦੀ ਮੇਰੇ ਕੋਲੇ ਨਹੀਂ ਮਿਲਿਆ, ਮੇਰੇ ਕੋਲੇ ਵੇਰਵਾ। ਭਾਈ ਭਗਵਾਨ ਸਿੰਘ, ਭਾਈ ਉਦੇ ਸਿੰਘ, ਭਾਈ ਬਚਿੱਤਰ ਸਿੰਘ ਕੋਟਲਾ ਨਿਹੰਗ ਖਾਂ। ਭਾਈ ਬਚਿੱਤਰ ਸਿੰਘ ਨੂੰ ਸਾਰੇ ਜਾਣਦੇ ਹੋਣਗੇ, ਇਹਨਾਂ ਤੇ ਵੀ ਆਪਾਂ ਵੀਡੀਓ ਬਣਾਵਾਂਗੇ, ਜਿਨ੍ਹਾਂ ਨੇ
ਜਿਹੜਾ ਮਸਤ ਹਾਥੀ ਸੀਗਾ, ਸ਼ਰਾਬੀ ਹਾਥੀ ਸੀਗਾ, ਗੁਰੂ ਗੋਬਿੰਦ ਸਿੰਘ ਜੀ ਤੋਂ ਥਾਪੜਾ ਲੈ ਕੇ ਉਹਦੇ ਬਰਛੀ ਮਾਰੀ ਸੀਗੀ। ਤਾਂ ਭਾਈ ਬਚਿੱਤਰ ਸਿੰਘ ਜੀ ਉਹ ਨੇ, ਇਹ ਭਾਈ ਬਚਿੱਤਰ ਸਿੰਘ ਜੀ ਭਾਈ ਮਨੀ ਸਿੰਘ ਜੀ ਦੇ ਬੇਟੇ ਨੇ। ਠੀਕ ਹੈ ਜੀ। ਭਾਈ ਅਨਿਕ ਸਿੰਘ, ਭਾਈ ਅਜਬ ਸਿੰਘ, ਭਾਈ ਅਜੈਬ ਸਿੰਘ, ਇਸ ਤੋਂ ਇਲਾਵਾ ਭਾਈ ਚਿੱਤਰ ਸਿੰਘ, ਭਾਈ ਗੁਰਬਖਸ਼ ਸਿੰਘ, ਇਹ ਸਾਰੇ ਜਿਹੜੇ ਪੁੱਤਰ ਹੋਏ ਨੇ ਇਹ ਸਾਰੇ ਸ਼ਹੀਦ ਹੋਏ ਨੇ। ਤਾਂ ਤੁਹਾਨੂੰ ਮੈਂ ਦੱਸਿਆ ਸਟਾਰਟਿੰਗ ਦੇ ਵਿੱਚ ਘੱਟੋ ਘੱਟ 29 ਤੋਂ 30 ਬੰਦੇ ਸ਼ਹੀਦ ਹੋਏ ਇਹਨਾਂ ਦੇ ਪਰਿਵਾਰ ਦੇ ਵਿੱਚੋਂ। ਤਾਂ ਇਹ ਬਹੁਤ ਵੱਡਾ ਸ਼ਹੀਦਾਂ ਦਾ ਪਰਿਵਾਰ ਸੀਗਾ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਵੀ ਜਦੋਂ ਇਹ ਆਪਣਾ ਅੰਮ੍ਰਿਤਸਰ ਵਿਖੇ ਆ ਜਾਂਦੇ ਆ ਤਾਂ ਆਪਾਂ ਨੂੰ ਇਹ ਪਤਾ ਹੀ ਆ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਨੂੰ ਦੀਵਾਨ ਦੀ ਉਪਾਧੀ ਸੌਂਪੀ ਸੀਗੀ ਤੇ ਹਰਿਮੰਦਰ ਸਾਹਿਬ ਦੀ ਸੇਵਾ ਵਾਸਤੇ ਇਹਨਾਂ ਨੂੰ ਅੰਮ੍ਰਿਤਸਰ ਭੇਜਿਆ ਜਾਂਦਾ ਹੈ। ਤਾਂ ਸਭ ਤੋਂ ਪਹਿਲਾਂ ਜਦੋਂ ਅੰਮ੍ਰਿਤਸਰ ਜਦੋਂ ਆਉਂਦੇ ਆ ਉੱਥੇ ਦੇਖਦੇ ਆ ਵੀ ਸੋਢੀਆਂ ਦੀ ਮਰਿਆਦਾ ਚੱਲ ਰਹੀ ਹੁੰਦੀ। ਸੋਢੀਆਂ ਦੀ ਮਰਿਆਦਾ ਦੇ ਵਿੱਚ ਕੀ ਹੁੰਦਾ ਵੀ ਗੁਰੂ ਸਾਹਿਬ ਜੀ ਦੀ ਮਰਿਆਦਾ ਤੋਂ ਇਹ ਉਲਟ ਚੱਲ ਰਹੇ ਹੁੰਦੇ ਆ। ਤਾਂ ਇਹ ਉੱਥੇ ਆ ਕੇ ਸਭ ਤੋਂ ਪਹਿਲਾਂ ਸੋਢੀਆਂ ਦੀ ਮਰਿਆਦਾ ਬੰਦ ਕਰਵਾ ਕੇ ਗੁਰੂ ਸਾਹਿਬ ਦੀ ਮਰਿਆਦਾ ਨੂੰ ਕੀ ਕਰਦੇ ਆ, ਉੱਥੇ ਸਥਾਪਿਤ ਕਰਦੇ ਆ ਤੇ ਤੀਜੇ ਗ੍ਰੰਥੀ ਸਿੰਘ ਵਜੋਂ ਸੇਵਾ ਨਿਭਾਉਂਦੇ ਆ। ਠੀਕ ਹੈ ਜੀ, ਤੁਹਾਨੂੰ ਮੈਂ ਦੱਸ ਚੁੱਕਿਆ। ਇਸ ਤੋਂ ਬਾਅਦ ਹੁਣ ਹੁੰਦਾ ਕੀ ਹੈ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਹੁੰਦੀ ਹੈ ਨਾ, ਉਸ ਤੋਂ ਬਾਅਦ ਕੌਮ ਦੋ ਫਾੜ ਹੋ ਜਾਂਦੀ ਹੈ ਤੇ ਕੌਮ ਨੂੰ ਬਹੁਤ ਤਸੀਹੇ ਚੱਲਣੇ ਪੈਂਦੇ ਆ। ਕੌਮ ਜੰਗਲਾਂ ਦੇ ਵਿੱਚ ਲੁੱਕ ਕੇ ਰਹਿੰਦੀ ਹੈ ਤੇ ਬਾਬਾ ਬੰਦਾ ਸਿੰਘ ਜੀ ਦੀ ਸ਼ਹੀਦੀ ਬਾਰੇ ਮੈਂ ਸਾਰੀ ਡਿਟੇਲ 'ਚ ਵੀਡੀਓ ਬਣਾਈ ਹੋਈ ਹੈ, ਤੁਹਾਡੇ ਸਿਲੇਬਸ ਦਾ ਪਾਰਟ ਸੀਗਾ ਉਹ। ਤੇ ਇੱਕ ਗੱਲ ਨੋਟ ਕਰ ਲਿਓ, ਆਪਣੇ ਇਤਿਹਾਸ ਨੂੰ ਹਮੇਸ਼ਾ ਤਰੋੜ ਮਰੋੜ ਕੇ ਪੇਸ਼ ਕੀਤਾ ਗਿਆ ਇਤਿਹਾਸਕਾਰਾਂ ਵੱਲੋਂ ਜਾਣ ਬੁੱਝ ਕੇ। ਬੰਦਾ ਸਿੰਘ ਬਹਾਦਰ ਜੀ ਨੇ ਕਦੇ ਵੀ ਆਪਣੇ ਆਪ ਨੂੰ ਗੁਰੂ ਕਹਾਉਣ ਦੀ ਜਾਂ ਕਲਹਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਹ ਹਮੇਸ਼ਾ ਗੁਰੂ ਦੇ ਸੇਵਕ ਬਣ ਕੇ ਰਹੇ ਹੈ। ਪਰ ਜਦੋਂ ਕੌਮ ਦੇ ਵਿੱਚ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਹੁੰਦੀ ਹੈ ਤਾਂ ਕੌਮ ਦੋ ਹਿੱਸਿਆਂ ਵਿੱਚ ਵੰਡੀ ਜਾਂਦੀ ਹੈ। ਇੱਕ ਪਾਸੇ ਬੰਦਾਈ ਖਾਲਸਾ ਹੁੰਦਾ, ਇੱਕ ਪਾਸੇ ਤੱਤ ਖਾਲਸਾ। ਬੰਦਾਈ ਖਾਲਸਾ ਉਹ ਗੁਰੂ ਦੇ ਪੈਰੋਕਾਰ ਸੀਗੇ ਜਿਹੜੇ ਬੰਦਾ ਸਿੰਘ ਬਹਾਦਰ ਜੀ ਨੂੰ 11ਵਾਂ ਗੁਰੂ ਮੰਨਦੇ ਸੀਗੇ, ਤੇ ਤੱਤ ਖਾਲਸਾ ਉਹ ਖਾਲਸਾ ਸੀਗਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਸੀ ਨਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤਾਂ ਉਹ ਦੋ ਪਾਰਟ ਦੇ ਵਿੱਚ ਮਤਲਬ ਕੀ ਹੋਗੀ, ਕੌਮ ਹੋਗੀ। ਤਾਂ ਜਦੋਂ ਤੁਸੀਂ ਦੇਖੋ, ਜਦੋਂ ਤੁਸੀਂ ਲੜੋਗੇ ਆਪਸ ਵਿੱਚ ਤਾਂ ਹਮੇਸ਼ਾ ਤੁਹਾਡਾ ਫਾਇਦਾ ਕੌਣ ਚੱਕੂਗਾ, ਦੁਸ਼ਮਣ ਹੀ ਚੱਕੂਗਾ। ਤਾਂ ਕਹਿਣ ਦਾ ਮਤਲਬ ਕੌਮ ਦੋ ਫਾੜ ਹੋ ਗਈ ਸੀਗੀ ਤੇ ਕੁਝ ਕੁ ਸ਼ਰਧਾ ਬਸ ਜਿਹੜੇ ਸਿੰਘ ਸੀਗੇ ਉਹ ਬੰਦਾ ਸਿੰਘ ਬਹਾਦਰ ਜੀ ਨੂੰ 11ਵਾਂ ਗੁਰੂ ਮੰਨਣਾ ਸ਼ੁਰੂ ਕਰਨ ਲੱਗ ਗਏ ਸੀਗੇ। ਤੇ ਦੂਜੇ ਪਾਸੇ ਜਿਹੜੇ ਬੰਦਾਈ ਖਾਲਸਾ ਸੀਗੇ, ਜਿਹੜੇ ਦੂਜੇ ਪਾਸੇ ਤੱਤ ਖਾਲਸਾ ਸੀਗੇ, ਉਹ ਆਪਣੇ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜਾ ਵਰ ਸੀਗਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਤਾਂ ਉਹ ਫਤਿਹ ਦਰਸ਼ਨ ਬੁਲਾਉਂਦੇ ਸੀਗੇ। ਤਾਂ ਕਹਿਣ ਦਾ ਮਤਲਬ ਦੋ ਫਾੜ ਹੋ ਗਈ ਕੌਮ। ਤਾਂ ਇਸ ਕੌਮ ਨੂੰ ਇਕੱਠੇ ਕਰਨ ਵਾਸਤੇ ਭਾਈ ਮਨੀ ਸਿੰਘ ਜੀ ਦਾ ਬਹੁਤ ਵੱਡਾ ਰੋਲ ਹੈ। ਤਾਂ ਕਹਿਣ ਦਾ ਮਤਲਬ ਕੀ ਹੈ ਜੀ, ਤੱਤ ਖਾਲਸਾ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਸੀਗੇ, ਬੰਦਾਈ ਖਾਲਸਾ ਵਾਲੇ ਬੰਦਾ ਸਿੰਘ ਬਹਾਦਰ ਜੀ ਨੂੰ ਆਪਣਾ ਗੁਰੂ ਮੰਨਣ ਲੱਗ ਗਏ ਤੇ ਦੋਵਾਂ ਧਿਰਾਂ ਆਪਣੇ ਆਪ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਣ ਲਈ ਦਾਅਵੇਦਾਰ ਬਣ ਚੁੱਕੀਆਂ ਸੀਗੀਆਂ। ਕਹਿਣ ਦਾ ਮਤਲਬ ਦੋਵਾਂ ਦੇ ਵਿਚਕਾਰ ਟਾਕਰਾ ਹੋ ਗਿਆ ਸੀ, ਲੜਾਈ ਦੀ ਸਥਿਤੀ ਪੈਦਾ ਹੋ ਗਈ ਸੀਗੀ। ਦੋਵੇਂ ਕਹਿੰਦੇ ਸੀ ਵੀ ਅਸੀਂ ਗੁਰਦੁਆਰੇ ਸੰਭਾਲਾਂਗੇ, ਦੂਜੀ ਪੱਖ ਕਹਿੰਦਾ ਸੀ ਅਸੀਂ ਸੰਭਾਲਾਂਗੇ। ਤਾਂ ਜਿਹੜੀ ਹਕੂਮਤ ਸੀਗੀ ਉਸ ਟਾਈਮ ਤੇ ਲਾਹੌਰ ਦੇ ਵਿੱਚ ਕੌਣ ਸੀਗਾ, ਲਾਹੌਰ ਦੇ ਵਿੱਚ ਸੀਗਾ ਜ਼ਕਰੀਆ ਖਾਨ। ਉਸ ਟਾਈਮ ਲਾਹੌਰ ਦਾ ਗਵਰਨਰ ਸੀਗਾ ਜ਼ਕਰੀਆ ਖਾਨ। ਜ਼ਕਰੀਆ ਖਾਨ ਉਹੀ ਹੈ ਜਿਹਨੇ ਸਿੰਘਾਂ ਦੇ ਸਿਰਾਂ ਦੇ ਟਕਾ ਟਕਾ ਮੁੱਲ ਪਾਏ ਸੀਗੇ। ਤਾਂ ਹਕੂਮਤ ਸਮਝ ਗਈ ਸੀਗੀ, ਜੇ ਹਕੂਮਤ ਦਾ ਮਤਲਬ ਸਰਕਾਰ ਉਸ ਟਾਈਮ ਦੀ ਸਮਝ ਗਈ ਸੀਗੀ ਵੀ ਆਪਸ ਵਿੱਚ ਲੜ ਕੇ ਮਰ ਜਾਣਗੇ, ਸਾਡੀ ਚਿੰਤਾ ਮੁੱਕ ਜਾਊਗੀ। ਤਾਂ ਭਾਈ ਮਨੀ ਸਿੰਘ ਜੀ ਨੂੰ ਇਹ ਚੀਜ਼ ਦਾ ਜਦੋਂ ਪਤਾ ਲੱਗਦਾ ਹੈ ਤਾਂ ਉਸ ਟਾਈਮ ਤੇ ਮਾਤਾ ਸੁੰਦਰ ਕੌਰ ਜੀ ਦਿੱਲੀ ਹੁੰਦੇ ਆ। ਮਾਤਾ ਸੁੰਦਰ ਕੌਰ ਜੀ ਕੌਣ ਨੇ, ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਨੇ। ਤਾਂ ਉਹ ਭਾਈ ਮਨੀ ਸਿੰਘ ਜੀ ਨੂੰ ਸੁਨੇਹਾ ਲਗਾ ਕੇ ਇਹਨਾਂ ਨੂੰ ਭੇਜਦੇ, ਅੰਮ੍ਰਿਤਸਰ ਵਿਖੇ ਡਿਊਟੀ ਲਗਾਉਂਦੇ ਆ ਵੀ ਤੁਸੀਂ ਇਹਨਾਂ ਨੂੰ ਆਪਸ ਵਿੱਚ ਇਕੱਠੇ ਕਰੋ ਕਿਸੇ ਨਾ ਕਿਸੇ ਤਰ੍ਹਾਂ। ਤਾਂ ਕਹਿਣ ਦਾ ਮਤਲਬ ਇਹ ਫਿਰ ਅੰਮ੍ਰਿਤਸਰ ਤੁਹਾਨੂੰ ਪਤਾ ਹੀ ਹੈ, ਜਦੋਂ ਅੰਮ੍ਰਿਤਸਰ ਜਾਂਦੇ ਆ ਤਾਂ ਇਹ ਦੋਵਾਂ ਧਿਰਾਂ ਨੂੰ ਕੀ ਕਰਦੇ ਆ, ਇਹ ਦੋਵਾਂ ਧਿਰਾਂ ਨੂੰ ਸੱਦਾ ਦੇ ਦਿੰਦੇ ਆ ਵੀ ਤੁਸੀਂ ਇੱਥੇ ਆ ਕੇ ਗੱਲਬਾਤ ਸੁਣੋ। ਉਸ ਟਾਈਮ ਤੇ ਗ੍ਰੰਥੀ ਸਿੰਘ ਦਾ ਬਹੁਤ ਵੱਡਾ ਸਤਿਕਾਰ ਸੀਗਾ। ਜੇ ਗ੍ਰੰਥੀ ਸਿੰਘ ਕੋਈ ਸੁਨੇਹਾ ਭੇਜਦਾ ਸੀਗਾ ਤਾਂ ਸਭ ਨੂੰ ਜਾਣਾ ਪੈਂਦਾ ਸੀ। ਅੱਜ ਦੇ ਵਾਂਗੂ ਨਹੀਂ ਹੈਗਾ ਵੀ ਭਾਈ ਗ੍ਰੰਥੀ ਸਿੰਘ ਕਹਿ ਦਊਗਾ ਸਵੇਰੇ ਉੱਠ ਕੇ ਹੋਕਾ ਦਊਗਾ ਭਾਈ ਉੱਠ ਕੇ ਨਿਤਨੇਮ ਕਰੋ, ਕੋਈ ਸੁਣਦਾ ਹੀ ਨਹੀਂਗਾ। ਠੀਕ ਹੈ। ਤਾਂ ਕਹਿਣ ਦਾ ਭਾਵ ਕੀ ਹੈਗਾ, ਉਸ ਟਾਈਮ ਤੇ ਗ੍ਰੰਥੀ ਸਿੰਘ ਹੋ ਗਏ, ਜਥੇਦਾਰ ਹੋ ਗਏ, ਇਹਨਾਂ ਦਾ ਬਹੁਤ ਸਤਿਕਾਰ ਹੁੰਦਾ ਸੀ ਕੌਮ ਦੇ ਵਿੱਚ। ਅਕਾਲ ਤਖਤ ਨੂੰ ਸਭ ਤੋਂ ਉੱਤਮ ਅਦਾਲਤ ਮੰਨਿਆ ਜਾਂਦਾ ਸੀਗਾ। ਉਹ ਐਸੇ ਅੱਜ ਵੀ ਮੰਨਦੇ ਆਪਾਂ। ਚਲੋ ਇਹ ਨਹੀਂ ਹੈਗਾ ਵੀ ਕੌਮ ਦੇ ਵਿੱਚ ਚੀਜ਼ਾਂ ਖਤਮ ਹੋ ਜਾਂਦੀਆਂ, ਕੌਮ ਹਮੇਸ਼ਾ ਚੜ੍ਹਦੀ ਕਲਾ 'ਚ ਹੀ ਰਹਿੰਦੀ ਹੈ। ਤਾਂ ਕਹਿਣ ਦਾ ਮਤਲਬ ਫਿਰ ਭਾਈ ਮਨੀ ਸਿੰਘ ਜੀ ਕੀ ਕਰਦੇ ਨੇ, ਦੇਖੋ ਭਾਈ ਮਨੀ ਸਿੰਘ ਜੀ ਦਿਮਾਗ ਲਗਾਉਂਦੇ ਆ। ਭਾਈ ਮਨੀ ਸਿੰਘ ਜੀ ਨੂੰ ਆਪਣੇ ਗੁਰੂ ਤੇ ਬਹੁਤ ਵੱਡਾ ਵਿਸ਼ਵਾਸ ਹੁੰਦਾ ਹੈ। ਪਰ ਹੁਣ ਭਾਈ ਮਨੀ ਸਿੰਘ ਜੀ ਨੂੰ ਤਾਂ ਬਹੁਤ ਵਿਸ਼ਵਾਸ ਸੀਗਾ, ਪਰ ਜਿਹੜੇ ਹੁਣ ਦੋ ਧੜੇ ਬਣ ਚੁੱਕੇ ਉਹਨਾਂ ਨੂੰ ਵਿਸ਼ਵਾਸ ਕਰਾਉਣਾ ਸੀਗਾ। ਉਹਨਾਂ ਨੂੰ ਵਿਸ਼ਵਾਸ ਕਰਾਉਣ ਵਾਸਤੇ ਭਾਈ ਮਨੀ ਸਿੰਘ ਜੀ ਅਰਦਾਸ ਕਰਕੇ ਗੁਰੂ ਸਾਹਿਬ ਜੀ ਦੇ ਅੱਗੇ ਇੱਕ ਵਿਉਂਤ ਲੈ ਕੇ ਆਉਂਦੇ ਆ। ਕਹਿੰਦੇ ਵੀ ਮੈਂ ਇੱਕ ਪਰਚੀ ਮੈਂ ਮਤਲਬ ਕਿ ਪਰਚੀ ਦੇ ਉੱਪਰ ਲਿਖ ਦੂੰਗਾ ਬੰਦਾਈ ਖਾਲਸਾ, ਇੱਕ ਦੇ ਉੱਪਰ ਲਿਖ ਦੂੰਗਾ ਤੱਤ ਖਾਲਸਾ। ਦੋ ਪਰਚੀਆਂ ਮੈਂ ਪਾ ਦੂੰਗਾ ਸਰੋਵਰ ਦੇ ਵਿੱਚ। ਜਿਹੜੀ ਪਰਚੀ ਤੈਰ ਕੇ ਪਹਿਲਾਂ ਉੱਪਰ ਆ ਗਈ ਹੈ ਤਾਂ ਉਹ ਜਿਹੜਾ ਦਲ ਹੋਊਗਾ ਉਹ ਕੀ ਕਰੂਗਾ, ਉਹ ਗੁਰਦੁਆਰਿਆਂ ਦਾ ਕੀ ਕਰੂਗਾ, ਕਾਰਜ ਸੰਭਾਲੂਗਾ। ਤਾਂ ਇੱਕ ਪਰਚੀ ਦੇ ਉੱਪਰ ਲਿਖਤਾ ਬੰਦਾਈ ਖਾਲਸਾ ਜਿਹੜੇ ਗੁਰੂ ਬੰਦਾ ਸਿੰਘ ਬਹਾਦਰ ਜੀ ਨੂੰ ਗੁਰੂ ਮੰਨਦੇ ਸੀਗੇ। ਦੂਜੀ ਪਰਚੀ ਤੇ ਲਿਖਤਾ ਫਤਿਹ ਦਰਸ਼ਨ ਜਿਹੜੇ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦੇ ਸੀਗੇ, ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਮੰਨਦੇ ਸੀਗੇ। ਜਦੋਂ ਪਰਚੀਆਂ ਸਰੋਵਰ ਵਿੱਚ ਸੁੱਟੀਆਂ ਗਈਆਂ ਤਾਂ ਸਭ ਤੋਂ ਪਹਿਲਾਂ ਪਰਚੀ ਕਿਹੜੀ ਤੈਰ ਕੇ ਆਊਗੀ, ਪਰਚੀ ਤਾਂ ਦੇਖੋ ਗੁਰੂ ਦਾ ਜਿਹੜਾ ਹੁਕਮ ਹੈਗਾ ਉਹੀ ਤੈਰ ਕੇ ਆਉਣਾ, ਬਾਕੀ ਤਾਂ ਡੁੱਬ ਹੀ ਜਾਂਦੇ ਆ। ਜਿਹੜਾ ਗੁਰੂ ਤੋਂ ਉਲਟ ਚੱਲਦਾ ਹਮੇਸ਼ਾ ਡੁੱਬਦਾ ਹੀ ਡੁੱਬਦਾ।
ਤਾਂ ਪਰਚੀ ਉਹੀ ਤੈਰ ਕੇ ਬਾਹਰ ਆਈ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਂ ਕਹਿਣ ਦਾ ਮਤਲਬ ਕੀ ਸੀਗਾ, ਦੁਨੀਆ ਵਾਸਤੇ ਚਲੋ ਇਹ ਅਡੰਬਰ ਰਚਿਆ ਗਿਆ, ਪਰ ਭਾਈ ਮਨੀ ਸਿੰਘ ਜੀ ਨੂੰ ਵਿਸ਼ਵਾਸ ਸੀਗਾ। ਤਾਂ ਇਸ ਤਰ੍ਹਾਂ ਭਾਈ ਮਨੀ ਸਿੰਘ ਜੀ ਦੀ ਸਿਆਣਪ ਸਦਕਾ ਜਿਹੜੇ ਦੋ ਧੜਿਆਂ ਵਿੱਚ ਲੜਾਈ ਹੋਣੀ ਸੀਗੀ ਉਹ ਬਚ ਗਈ। ਤੇ ਕਹਿਣ ਦਾ ਮਤਲਬ ਕੀ ਹੈਗਾ, ਗੁਰਬਾਣੀ ਵਿੱਚ ਵੀ ਆਉਂਦਾ ਕਾਰਨ ਕਰਤੇ ਕੇ ਵਸ ਹੈ। ਤਾਂ ਕਹਿਣ ਦਾ ਮਤਲਬ ਕਰਨ ਵਾਲਾ ਕੌਣ ਹੈ, ਕਰਤਾ ਸਿਰਫ ਇੱਕ ਹੀ ਹੈ, ਅਕਾਲ ਪੁਰਖ। ਤਾਂ ਪਰਚੀ ਤਾਂ ਆਉਣੀ ਸੀਗੀ ਉੱਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਲੀ। ਤਾਂ ਜੈਕਾਰੇ ਛੱਡੇ ਗਏ ਭਾਈ ਜੀ ਦੀ ਸਿਆਣਪ ਦੀ ਬਦੌਲਤ। ਦੋਵੇਂ ਭਰਾ ਦੇਖੋ, ਭਰਾ ਘਰ ਦੇ ਵਿੱਚ ਲੜਾਈ ਹੋ ਜਾਂਦੀ ਹੈ, ਦੋ ਭਰਾ ਜ਼ਮੀਨ ਵੰਡਣ ਲੱਗ ਜਾਂਦੇ ਆ। ਤਾਂ ਲੜਾਈ ਨੂੰ ਬਚਾਉਣਾ ਚਾਹੀਦਾ ਹੈ। ਅੱਜ ਕੱਲ ਲੋਕ ਸਵਾਦ ਲੈਣ ਲੱਗ ਜਾਂਦੇ ਆ, ਲੜਾਈ ਨੂੰ ਹੋਰ ਵਧਾਉਂਦੇ ਆ। ਤਾਂ ਕਹਿਣ ਦਾ ਮਤਲਬ ਹੈ ਤਾਂ ਦੋਨੇ ਭਰਾ ਹੀ ਸੀਗੇ, ਚਾਹੇ ਉਹ ਬੰਦਾਈ ਖਾਲਸਾ ਸੀ ਚਾਹੇ ਉਹ ਤੱਤ ਖਾਲਸਾ ਸੀਗਾ। ਤਾਂ ਭਰਾ ਦਾ ਖੂਨ ਡੁੱਲਣੋਂ ਬਚ ਗਿਆ ਭਾਈ ਮਨੀ ਸਿੰਘ ਜੀ ਦੀ ਸਿਆਣਪ ਸਦਕਾ। ਤਾਂ ਇਸੇ ਤਰ੍ਹਾਂ ਭਾਈ ਮਨੀ ਸਿੰਘ ਜੀ ਦਾ ਰੁਤਬਾ ਹੋਰ ਉੱਚਾ ਹੋ ਗਿਆ ਕੌਮ ਦੀ ਨਿਗਾਹ ਦੇ ਵਿੱਚ। ਤਾਂ ਕਹਿਣ ਦਾ ਮਤਲਬ ਇੱਕ ਮੁੱਠ ਕਰਨ ਦੇ ਵਿੱਚ ਕੌਮ ਨੂੰ ਭਾਈ ਸਾਹਿਬ ਜੀ ਨੇ ਬਹੁਤ ਵੱਡਾ ਅਹਿਮ ਰੋਲ ਨਿਭਾਇਆ। ਹੁਣ ਹੁੰਦਾ ਕੀ ਹੈ, ਅਗਲੀ ਜਿਹੜੀ ਘਟਨਾ ਹੈਗੀ ਹੈ, ਜਿਹੜੀ ਕਿ ਸ਼ਹੀਦੀ ਦਾ ਕਾਰਨ ਬਣਦੀ ਹੈ। ਪਹਿਲਾਂ ਕੀ ਹੁੰਦਾ ਸੀ, ਸਰਬਤ ਖਾਲਸਾ ਬੁਲਾਇਆ ਜਾਂਦਾ ਸੀ। ਤੁਸੀਂ ਜਦੋਂ ਮੈਂ ਨਵਾਬ ਕਪੂਰ ਸਿੰਘ ਜੀ ਦਾ ਇਤਿਹਾਸ ਪੜਾਇਆ, ਦਲ ਖਾਲਸਾ ਪੜਾਇਆ, ਉਦੋਂ ਵੀ ਦੇਖੋ ਸਰਬਤ ਖਾਲਸਾ ਸੱਦਿਆ ਗਿਆ। ਤਾਂ ਸਰਬਤ ਖਾਲਸਾ ਹਮੇਸ਼ਾ ਦੀਵਾਲੀ ਜਾਂ ਵਿਸਾਖੀ ਦੇ ਮੌਕੇ ਸੱਦਿਆ ਜਾਂਦਾ ਸੀਗਾ। ਤਾਂ ਭਾਈ ਮਨੀ ਸਿੰਘ ਜੀ ਨੇ ਦੀਵਾਲੀ ਦੇ ਮੌਕੇ ਸਰਬਤ ਖਾਲਸਾ ਸੱਦਣ ਦਾ ਮਨ ਬਣਾ ਲਿਆ, ਕਿਉਂਕਿ ਉਸ ਟਾਈਮ ਤੇ ਜਿਹੜੀ ਕੌਮ ਸੀਗੀ ਉਹ ਦੋ ਫਾੜ ਹੋ ਰਹੀ ਸੀਗੀ, ਉਹਨਾਂ ਨੂੰ ਇਕੱਠੇ ਕਰਨਾ ਸੀਗਾ। ਤਾਂ ਭਾਈ ਮਨੀ ਸਿੰਘ ਜੀ ਨੇ ਕੀ ਕੀਤਾ, ਸਰਬਤ ਖਾਲਸਾ ਸੱਦਣ ਦਾ ਮਨ ਬਣਾ ਲਿਆ। ਤਾਂ ਮਨ ਬਣਾ ਕੇ ਇਹਨਾਂ ਨੇ ਕੀ ਕੀਤਾ, ਇੱਕ ਪ੍ਰੋਗਰਾਮ ਲਿਖਿਆ ਵੀ ਆਪਾਂ ਦੀਵਾਲੀ ਤੇ ਸਾਰਾ ਸਰਬਤ ਖਾਲਸਾ ਸੱਦਾਂਗੇ। ਪਰ ਹੁਣ ਉਸ ਟਾਈਮ ਤੇ ਗਵਰਨਰ ਕੌਣ ਸੀ ਲਾਹੌਰ ਦਾ, ਜ਼ਕਰੀਆ ਖਾਨ ਸੀਗਾ। ਤਾਂ ਗਵਰਨਰ ਕੋਲੋਂ ਥੋੜੀ ਜਿਹੀ ਪਰਮਿਸ਼ਨ ਲੈਣੀ ਬਣਦੀ ਸੀਗੀ, ਕਿਉਂਕਿ ਜ਼ਕਰੀਆ ਬਹੁਤ ਜ਼ਿਆਦਾ ਕੀ ਸੀਗਾ, ਸਿੱਖਾਂ ਦੇ ਉਲਟ ਸੀਗਾ। ਤਾਂ ਭਾਈ ਮਨੀ ਸਿੰਘ ਜੀ ਨੇ ਇਸ ਸੰਬੰਧ ਦੇ ਵਿੱਚ ਹਾਕਮ ਜਿਹੜਾ ਸੀਗਾ ਜ਼ਕਰੀਆ ਖਾਨ, ਉਹਦੇ ਨਾਲ ਗੱਲਬਾਤ ਕੀਤੀ ਤੇ ਦੀਵਾਲੀ ਦੇ ਮੌਕੇ ਸਰਬਤ ਖਾਲਸਾ ਲਗਾਉਣ ਦੀ ਇਜਾਜ਼ਤ ਮੰਗੀ। ਪਰ ਉਹ ਲਾਲਚੀ ਸੀਗਾ। ਜ਼ਕਰੀਆ ਖਾਨ ਕਹਿੰਦਾ ਵੀ ਮੈਂ ਤੁਹਾਨੂੰ ਸਰਬਤ ਖਾਲਸਾ ਸਦਨ ਦੀ ਮੈਂ ਆਗਿਆ ਦਿੰਦਾ, ਪਰ ਉਹਦੇ ਬਦਲੇ ਤੁਹਾਨੂੰ 10,000 ਟਕੇ, ਯਾਨੀ ਕਿ ਅੱਜ ਦਾ 10,000 ਅਗਰ ਆਪਾਂ ਗੱਲ ਕਰੀਏ ਤਾਂ 10,000 ਟਕੇ ਦੇਣੇ ਪੈਣਗੇ ਟੈਕਸ ਦੇ ਵਜੋਂ। ਤਾਂ 10 ਦਿਨ ਤੱਕ ਤੁਸੀਂ ਆਪਣਾ ਮੇਲਾ ਚਲਾ ਸਕਦੇ ਹੋ। ਤਾਂ ਉਹ ਕਹਿੰਦੇ ਠੀਕ ਹੈ ਜੀ, ਕੋਈ ਗੱਲ ਨਹੀਂ, ਅਸੀਂ ਤੁਹਾਨੂੰ ਟੈਕਸ ਦੇਵਾਂਗੇ। ਤਾਂ ਭਾਈ ਮਨੀ ਸਿੰਘ ਜੀ ਨੇ ਸਾਰੀਆਂ ਸੰਗਤਾਂ ਦੇ ਨਾਮ ਸੰਦੇਸ਼ ਭੇਜਤੇ, ਆਪਾਂ ਸਰਬਤ ਖਾਲਸਾ ਬੁਲਾ ਰਹੇ ਹਾਂ। ਤਾਂ ਦੂਰ ਦਰਾਡੇ ਵਾਸਤੇ ਸਿੰਘਾਂ ਨੂੰ ਸੁਨੇਹੇ ਭੇਜੇ ਗਏ ਤੇ ਸਾਰਿਆਂ ਨੂੰ ਸਰਬਤ ਖਾਲਸਾ ਵਿੱਚ ਆਉਣ ਵਾਸਤੇ ਸੁਨੇਹੇ ਦਿੱਤੇ ਗਏ। ਪਰ ਜਿਹੜਾ ਜ਼ਕਰੀਆ ਖਾਨ ਸੀਗਾ, ਉਹਦੇ ਮਨ ਵਿੱਚ ਮੈਲ ਆ ਗਈ। ਉਹ ਸਿੱਖਾਂ ਦੀ ਪਹਿਲਾਂ ਹੀ ਦੇਖੋ ਚਾਹੁੰਦਾ ਸੀ ਸਿੱਖਾਂ ਨੂੰ ਖਤਮ ਕਰਨਾ। ਤਾਂ ਉਹਨੇ ਕਿਹਾ ਵੀ ਇਸ ਤੋਂ ਵਧੀਆ ਮੌਕਾ ਕੋਈ ਹੋਰ ਹੋ ਨਹੀਂ ਸਕਦਾ, ਕਿਉਂਕਿ ਦੀਵਾਲੀ ਦੇ ਟਾਈਮ ਤੇ ਦੂਰ ਦਰਾਡਿਓਂ ਸਾਰੇ ਦੁਨੀਆ ਦੇ ਕੋਨੇ-ਕੋਨੇ ਵਿੱਚ ਸਿੰਘ ਆਉਣਗੇ ਤੇ ਆਪਾਂ ਇਹਨਾਂ ਨੂੰ ਕੀ ਕਰਾਂਗੇ, ਤੋਪਾਂ ਦੇ ਨਾਲ ਡਾ ਦਾਂਗੇ, ਇਹਨਾਂ ਨੂੰ ਮਾਰ ਮਕਾਵਾਂਗੇ। ਤਾਂ ਇਸ ਚੀਜ਼ ਦੀ ਭਣਕ ਲੱਗ ਜਾਂਦੀ ਹੈ, ਕਿਹਨਾਂ ਨੂੰ ਲੱਗ ਜਾਂਦੀ ਹੈ, ਭਾਈ ਮਨੀ ਸਿੰਘ ਜੀ ਨੂੰ ਪਤਾ ਲੱਗ ਜਾਂਦਾ ਵੀ ਸੂਬੇ ਦੀ ਜਿਹੜੀ ਸੋਚ ਹੈਗੀ ਉਹ ਗੰਦੀ ਹੋ ਚੁੱਕੀ ਹੈ। ਤਾਂ ਭਾਈ ਮਨੀ ਸਿੰਘ ਜੀ ਕੀ ਕਰਦੇ ਆ, ਵਾਪਸ ਸੁਨੇਹਾ ਭਜਵਾਉਂਦੇ ਆ ਕਿ ਸਾਰੇ ਗੁਰਸਿੱਖਾਂ ਨੂੰ ਸੁਨੇਹਾ ਭੇਜੋ ਵੀ ਤੁਸੀਂ ਨਾ ਪਹੁੰਚੋ ਇੱਥੇ, ਕਿਉਂਕਿ ਇੱਥੇ ਬਹੁਤ ਵੱਡਾ ਕਤਲੇਆਮ ਹੋਣ ਜਾ ਰਿਹਾ ਹੈ। ਤਾਂ ਦੇਖੋ ਉਸ ਟਾਈਮ ਤੇ ਕਿਹੜਾ ਕੋਈ ਮੋਬਾਈਲ ਸੀਗੇ ਜਾਂ ਚਿੱਠੀ ਪੱਤਰ ਸੀਗਾ, ਕੁਝ ਕੁ ਬੰਦਿਆਂ ਨੂੰ ਸੁਨੇਹੇ ਪਹੁੰਚੇ ਆ, ਕੁਝ ਕੁ ਨੂੰ ਨਹੀਂ ਪਹੁੰਚੇਗੇ। ਤਾਂ ਕਹਿਣ ਦਾ ਮਤਲਬ ਕੁਝ ਕੁ ਬੰਦਿਆਂ ਨੂੰ ਸੁਨੇਹੇ ਪਹੁੰਚ ਗਏ, ਕਈਆਂ ਨੂੰ ਨਹੀਂ ਪਹੁੰਚੇ। ਤੇ ਬਹੁਤ ਸਾਰੇ ਜਿਹੜੇ ਸੀਗੇ ਸਿੰਘ ਉਹ ਇਕੱਠੇ ਹੋ ਗਏ ਦੀਵਾਲੀ ਦੇ ਟਾਈਮ ਤੇ ਜ਼ਕਰੀਆ ਖਾਨ ਨੇ ਲਖਪਤ ਰਾਏ ਤੁਹਾਨੂੰ ਮੈਂ ਪੜਾਇਆ, ਜਿਹਨੂੰ ਸਿੰਘਾਂ ਨੇ ਮਾਰਿਆ ਸੀਗਾ, ਇਹਦੇ ਭਰਾ ਜਸਪਤ ਰਾਏ ਨੇ ਜਦੋਂ ਘੱਲੂਘਾਰਾ ਹੋਇਆ ਉਦੋਂ ਬਦਲਾ ਲਿਆ ਸੀਗਾ। ਤਾਂ ਕਹਿਣ ਦਾ ਮਤਲਬ ਲਖਪਤ ਰਾਏ ਤੇ ਜ਼ਕਰੀਆ ਖਾਨ ਨੇ ਹੱਲਾ ਬੋਲਤਾ ਸਿੰਘਾਂ ਦੇ ਉੱਪਰ, ਬਹੁਤ ਜ਼ਿਆਦਾ ਕਤਲੇਆਮ ਕੀਤਾ ਤੇ ਬੇਅੰਤ ਸ਼ਹੀਦੀਆਂ ਸਿੰਘਾਂ ਦੀਆਂ ਹੋਈਆਂ ਨੇ ਦੀਵਾਲੀ ਦੇ ਮੌਕੇ। ਤੇ ਦੀਵਾਨ ਤਾਂ ਲੱਗ ਹੀ ਨਹੀਂ ਸਕਿਆ, ਕਿਉਂਕਿ ਪਹਿਲਾਂ ਹੀ ਸ਼ਹੀਦੀਆਂ ਪ੍ਰਾਪਤ ਕਰ ਗਏ। ਫਿਰ ਹੁੰਦਾ ਕੀ ਹੈ ਜੀ, ਭਾਈ ਮਨੀ ਸਿੰਘ ਜੀ ਨੇ ਇਸ ਗੱਲ ਦਾ ਜ਼ਕਰੀਆ ਖਾਨ ਦੇ ਨਾਲ ਰੋਸ ਪ੍ਰਗਟ ਕੀਤਾ ਤੇ ਇਸ ਕਾਰੇ ਦੀ ਸਖਤ ਨਿਖੇਧੀ ਕੀਤੀ। ਤੇ ਇਸ ਦੇ ਉਲਟ ਜ਼ਕਰੀਆ ਖਾਨ ਨੇ 10,000 ਰੁਪਇਆ ਟਕਾ ਰਕਮ ਮੰਗੀ ਵੀ ਤੁਸੀਂ ਵਾਅਦਾ ਕੀਤਾ ਸੀਗਾ ਵੀ 10,000 ਰੁਪਇਆ ਟਕਾ ਤੁਸੀਂ ਰਕਮ ਦਵੋਗੇ। ਤਾਂ ਭਾਈ ਮਨੀ ਸਿੰਘ ਜੀ ਨੇ ਕਿਹਾ ਵੀ ਜਦੋਂ ਇਕੱਠ ਹੋਇਆ ਹੀ ਨਹੀਂ ਹੈਗਾ, ਤੁਹਾਡੀ ਸੋਚ ਗੰਦੀ ਹੋ ਗਈ, ਤੁਸੀਂ ਪਹਿਲਾਂ ਹੀ ਹਮਲਾ ਕਰਤਾ, ਤਾਂ ਤੁਹਾਨੂੰ ਕਾਹਦਾ ਪੈਸਾ ਦਈਏ ਅਸੀਂ। ਤਾਂ ਇਸ ਕਰਕੇ ਭਾਈ ਮਨੀ ਸਿੰਘ ਜੀ ਨੂੰ ਗ੍ਰਿਫਤਾਰ ਕਰਕੇ ਲਾਹੌਰ ਲੈ ਜਾਂਦੇ ਆ ਤੇ ਉੱਥੇ ਜਬਰੀ ਧਰਮ ਬਦਲਣ ਵਾਸਤੇ ਕਿਹਾ ਜਾਂਦਾ ਵੀ ਤੂੰ ਸਿੱਖੀ ਛੱਡ ਕੇ ਨਾ ਮੁਸਲਮਾਨ ਬਣ ਜਾ, ਤੇਰੀ ਜਾਨ ਬਖਸ਼ ਦਾਂਗੇ। ਤਾਂ ਚਲੋ ਇਹ ਤਾਂ ਕਦੇ ਹੋਇਆ ਹੀ ਨਹੀਂਗਾ ਵੀ ਸਿੰਘ ਆਪਣੇ ਸਿੱਖੀ ਤੋਂ ਦੂਜੇ ਪਾਸੇ ਹੋ ਜਾਣਗੇ, ਉਹ ਵੱਖਰੀ ਗੱਲ ਹੈ। ਵੀ ਅੱਜ ਦੇ ਜਵਾਕ ਸਾਡੇ ਖੁਦ ਹੀ ਧਰਮ ਬਦਲ ਲੈਂਦੇ ਆ। ਮੈਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦਾ, ਦੇਖੋ ਜਿਸ ਧਰਮ ਦੇ ਵਿੱਚ ਤੁਸੀਂ ਪੈਦਾ ਹੋਏ ਆ ਉਸ ਧਰਮ ਦੀ ਆਈਡੀਓਲੋਜੀ ਫੋਲੋ ਕਰਨਾ ਤੁਹਾਡਾ ਮੁੱਢਲਾ ਫਰਜ਼ ਬਣਦਾ ਹੈ। ਧਰਮ ਕੋਈ ਮਾੜਾ ਨਹੀਂ ਹੁੰਦਾ, ਧਰਮ ਸਾਰੇ ਚੰਗੇ ਨੇ, ਧਰਮ ਹਮੇਸ਼ਾ ਗੁਰੂ ਨਾਲ ਜੋੜਦੇ ਨੇ, ਪਰਮਾਤਮਾ ਨਾਲ ਜੋੜਦੇ ਨੇ। ਪਰ ਆਪਣੇ ਘਰ ਦੇ ਵਿੱਚ, ਜੇ ਮੇਰਾ ਕਹਿਣ ਦਾ ਮਤਲਬ ਕੀ ਹੋ ਗਿਆ, ਤੁਹਾਡੇ ਘਰ ਦੇ ਵਿੱਚ ਕੋਈ ਚੀਜ਼ ਪਈ ਹੈ ਤੁਹਾਡੇ ਵਾਸਤੇ, ਉਹ ਬਹੁਤ ਵੱਡਮੁੱਲੀ ਹੁੰਦੀ ਹੈ। ਆਪਦਾ ਘਰ ਛੱਡ ਕੇ ਦੂਜੇ ਦੇ ਘਰ ਦੇ ਵਿੱਚ ਖਾਣ ਜਾਈਏ ਤਾਂ ਚੰਗੀ ਗੱਲ ਨਹੀਂ ਹੁੰਦੀਗੀ। ਤਾਂ ਕਹਿੰਦੇ ਜੀ ਭਾਈ ਸਾਹਿਬ ਦੀ ਉਮਰ ਉਸ ਟਾਈਮ ਤੇ 90 ਕੁ ਸਾਲਾਂ ਦੀ ਸੀਗੀ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਤੇ ਕਹਿੰਦਾ ਜੀ ਆਪ ਜੀ ਨੂੰ ਸਖਤ ਤਸੀਹੇ ਦਿੱਤੇ ਗਏ। ਤਾਂ ਆਪ ਜੀ ਦਾ ਮਨ, ਮਤਲਬ ਤਾਂ ਤਸੀਹੇ ਕਿਉਂ ਦਿੰਦੇ ਸੀਗੇ ਵੀ ਆਪ ਮਨ ਬਦਲ ਲਵੇ, ਵੀ ਕਹਿ ਦਵੇ ਵੀ ਮੈਂ ਮੁਸਲਮਾਨ ਬਣ ਜਾਊਂਗਾ, ਪਰ ਐਸਾ ਕੁਝ ਵੀ ਨਾ ਹੋ ਸਕਿਆ। ਫਿਰ ਆਖਰ ਨੂੰ ਕੀ ਹੁੰਦਾ ਹੈ, ਜਿਹੜਾ ਲਾਹੌਰ ਦੇ ਵਿੱਚ ਨਖਾਸ ਚੌਂਕ ਹੁੰਦਾ ਹੈ,
ਉੱਥੇ ਸਾਰੀ ਦੁਨੀਆ ਦੇ ਸਾਹਮਣੇ ਆਪ ਜੀ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕਰਨ ਦਾ ਫਤਵਾ ਦਿੱਤਾ ਜਾਂਦਾ ਹੈ। ਪਰ ਇੱਕ ਬੜੀ ਵਧੀਆ ਗੱਲ ਹੈ, ਕਮਾਲ ਦੀ ਗੱਲ ਇਹ ਹੁੰਦੀ ਹੈ ਕਿ ਉਹਨਾਂ ਦੇ ਵਿੱਚ ਸਿੱਖੀ ਸਿਦਕ ਬਹੁਤ ਜ਼ਿਆਦਾ ਹੁੰਦਾ ਹੈ। ਤੇ ਜਿਹੜਾ ਕਾਜੀ ਹੁੰਦਾ ਨਾ, ਕਾਜੀ, ਤੇ ਤੁਹਾਨੂੰ ਮੈਂ ਦੱਸਦਾ, ਜਿਹੜਾ ਕਾਜੀ ਹੁੰਦਾ ਹਮੇਸ਼ਾ ਕੋਸ਼ਿਸ਼ ਕਰਦਾ ਹੁੰਦਾ ਵੀ ਇਹ ਧਰਮ ਬਦਲ ਲਵੇ ਆਪਣਾ। ਤਾਂ ਜਦੋਂ ਲਾਸਟ ਟਾਈਮ ਜਦੋਂ ਫਤਵਾ ਸੁਣਾਇਆ ਜਾਂਦਾ ਹੈ ਤਾਂ ਕਾਜੀ ਫਿਰ ਇੱਕ ਕੋਸ਼ਿਸ਼ ਕਰਦਾ ਹੈ ਵੀ ਭਾਈ ਮਨੀ ਸਿੰਘ ਜੀ ਨੂੰ ਆਪਾਂ ਡਲਾ ਸਕੀਏ, ਤਾਂ ਉਹ ਗੁਰਬਾਣੀ ਦਾ ਵਾਸਤਾ ਦਿੰਦਾ ਹੈ। ਉਹ ਗੁਰਬਾਣੀ ਦਾ ਕੀ ਵਾਸਤਾ ਦਿੰਦਾ, ਕਹਿੰਦਾ ਵੀ ਮੈਂ ਤੈਨੂੰ ਗੁਰਬਾਣੀ ਦੀ ਇੱਕ ਤੁਕ ਦੱਸਦਾ ਵੀ ਤੂੰ ਤਾਂ ਆਪਣੇ ਗੁਰਬਾਣੀ ਦੀ ਗੱਲ ਮੰਨ ਲੈ ਤਾਂ ਵੀ ਤੇਰੀ ਜਾਨ ਬਚ ਜੂਗੀ। ਤਾਂ ਕਾਜੀ ਕੀ ਕਹਿੰਦਾ, ਕਾਜੀ ਕਹਿੰਦਾ ਗੁਰਬਾਣੀ ਦੇ ਵਿੱਚ ਇੱਕ ਤੁਕ ਆਉਂਦੀ ਹੈ, ਯਾਨੀ ਕਿ 70 ਆਉਂਦੀ ਹੈ, ਤੇ ਇਹ ਭਾਈ ਮਨੀ ਸਿੰਘ ਜੀ ਨੂੰ ਕਾਜੀ ਕਹਿੰਦਾ ਵੀ ਤੂੰ ਤਾਂ ਆਪਣੇ ਗੁਰੂ ਦਾ ਹੁਕਮ ਵੀ ਭੁੱਲ ਗਿਆ, ਵੀ ਤੇਰਾ ਗੁਰੂ ਤਾਂ ਕਹਿੰਦਾ, ਤੇਰਾ ਗੁਰੂ ਤਾਂ ਇਹ ਕਹਿੰਦਾ ਕਬੀਰ ਮਾਨਸ ਜਨਮ ਦੁਰਲਭ ਹੈ, ਹੋਏ ਨਾ ਬਾਰੇ ਬਾਰ, ਜਿਉਂ ਬਨ ਫਲ ਪਾ ਕੇ ਭੋਏ ਗਰੇ, ਬੌਰ ਨਾ ਲਾਗੇ ਡਾਰ। ਤਾਂ ਕਹਿਣ ਦਾ ਭਾਵ ਕੀ ਹੈਗਾ, ਇਹ ਭਗਤ ਕਬੀਰ ਜੀ ਦੇ ਸ਼ਲੋਕ ਨੇ, ਅੰਗ ਨੰਬਰ 1361 ਦੇ ਉੱਪਰ ਨੇ। ਕਹਿੰਦੇ ਵੀ ਇਹ ਜਨਮ ਤਾਂ ਬਾਰ-ਬਾਰ ਨਹੀਂ ਮਿਲਣਾ, ਫਿਰ ਤੂੰ ਆਪਣਾ ਕਿਉਂ ਜਨਮ ਗਵਾਉਣਾ ਹੈ। ਇਹ ਕਬੀਰ ਜੀ ਦੇ ਸ਼ਲੋਕ ਦਰਜ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ। ਇਹ ਕਾਜੀ ਕਹਿ ਰਿਹਾ, ਕਿਹਨੂੰ ਕਹਿ ਰਿਹਾ, ਭਾਈ ਮਨੀ ਸਿੰਘ ਜੀ ਨੂੰ ਕਹਿ ਰਿਹਾ। ਤੇ ਅੱਗੋਂ ਭਾਈ ਮਨੀ ਸਿੰਘ ਜੀ ਦਾ ਜਵਾਬ ਸੁਣਿਓ। ਭਾਈ ਮਨੀ ਸਿੰਘ ਜੀ ਦਾ ਫਰਮਾਨ, ਮਤਲਬ ਭਾਈ ਮਨੀ ਸਿੰਘ ਜੀ ਜਵਾਬ 'ਚ ਕਹਿੰਦੇ ਵੀ ਮੇਰੇ ਗੁਰੂ ਦਾ ਫਰਮਾਨ ਤਾਂ ਇਹ ਵੀ ਹੈਗਾ, जीव जीव मुए मुए जीवे, केत्या के बाप केत्या के बेटे, केत्या के गुरु चेले हुए, आगे पाशे गणत ना आवे, क्या आगे पाशे गणत ना आवे, क्या जाति क्या हुण हुए। कहने का मतलब की हैगा, भाई मनी सिंह जी कहते हैं भी मैनू पता है भी हो सकता है मैं दोबारा मैनू एक जन्म होर मिल जाए, क्योंकि बार बार आपां नूं जन्म मिलता है, बार बार आपां किसी दे बेटे, किसी दे चेले, किसी दे गुरु बन के आउणे आ। ਤਾਂ ਕਹਿਣ ਦਾ ਮਤਲਬ ਕਹਿੰਦੇ ਜੀ ਮੈਨੂੰ ਪਤਾ ਵੀ ਦੁਬਾਰਾ ਮੈਨੂੰ ਇੱਕ ਜਨਮ ਹੋਰ ਮਿਲ ਜੂਗਾ, ਪਰ ਮੈਨੂੰ ਇਹ ਪੱਕਾ ਪਤਾ ਨਹੀਂ ਹੈਗਾ ਵੀ ਅਗਲੇ ਜਨਮ ਦੇ ਵਿੱਚ ਮੈਨੂੰ ਗੁਰੂ ਦੀ ਸਿੱਖੀ ਮਿਲੂਗੀ ਜਾਂ ਨਹੀਂ ਮਿਲੂਗੀ। ਤਾਂ ਇਸ ਕਰਕੇ ਮੈਂ ਆਪਣੀ ਗੁਰੂ ਦੀ ਸਿੱਖੀ ਕਦੇ ਨਹੀਂ ਛੱਡੂੰਗਾ। ਇਸ ਲਈ ਤੂੰ ਕਹਿੰਦੇ ਜੀ ਤੁਸੀਂ ਆਪਣਾ ਕੰਮ ਕਰੋ, ਠੀਕ ਹੈ, ਮੈਨੂੰ ਕੋਈ ਚਿੰਤਾ ਨਹੀਂ ਹੈਗੀ, ਮੈਂ ਆਪਣੇ ਗੁਰੂ ਦੇ ਹੁਕਮ ਦੇ ਵਿੱਚ ਹੀ ਹੈਗਾ। ਤਾਂ ਪਿੱਛੇ ਮੈਂ ਗੁਰਬਾਣੀ ਦੀ ਤੁਕ ਪੜ੍ਹੀ ਆ, ਹੋ ਸਕਦਾ ਮੈਂ ਤੁਕ ਪੜ੍ਹਦਾ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ, ਕਿਉਂਕਿ ਮੈਂ ਕੋਈ ਸੰਥਿਆ ਨਹੀਂ ਲਈ ਹੋਈ ਬੇਟਾ। ਗੁਰੂ ਸਾਹਿਬ ਬਖਸ਼ਣਹਾਰ ਨੇ, ਭੁੱਲਾਂ ਬਖਸ਼ਾ ਦਿੰਦੇ ਨੇ ਤੇ ਸਮੱਤ ਬਖਸ਼ਣਗੇ। ਅਗਲੀ ਵਾਰੀ ਆਪਾਂ ਸ਼ੁੱਧ ਗੁਰਬਾਣੀ ਦਾ ਉਚਾਰਨ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਂ ਜਦੋਂ ਭਾਈ ਸਾਹਿਬ ਜੀ ਦੀ ਗੱਲ ਸੁਣਦਾ ਤਾਂ ਜਲਾਦ ਇਹਨਾਂ ਦਾ ਗੁੱਟ ਦੇ ਉੱਪਰ ਨਿਸ਼ਾਨਾ ਲਗਾਉਂਦਾ, ਇਹਨਾਂ ਦਾ ਗੁੱਟ ਵੱਢਣ ਦੀ ਕੋਸ਼ਿਸ਼ ਕਰਦਾ। ਤਾਂ ਭਾਈ ਸਾਹਿਬ ਜੀ ਉਹਨੂੰ ਰੋਕ ਦਿੰਦੇ ਆ ਤੇ ਰੋਕ ਕੇ ਕਹਿੰਦੇ ਆ, ਭਾਈ ਜੇ ਮੈਂ ਆਪਣੇ ਗੁਰੂ ਦਾ ਹੁਕਮ ਮੰਨ ਰਿਹਾ ਤਾਂ ਤੂੰ ਆਪਣੇ ਸਰਕਾਰ ਦਾ ਹੁਕਮ ਕਿਉਂ ਨਹੀਂ ਮੰਨਦਾਗਾ, ਵੀ ਤੈਨੂੰ ਬੰਦ ਕੱਟਣ ਵਾਸਤੇ ਕਿਹਾ ਹੈ, ਠੀਕ ਹੈ। ਕਿਉਂਕਿ ਭਾਈ ਸਾਹਿਬ ਜੀ ਦੇ ਅੰਦਰ ਉਸ ਟਾਈਮ ਤੇ ਪਾਠ ਚੱਲ ਰਿਹਾ ਹੁੰਦਾ ਹੈ, ਠੀਕ ਹੈ ਜੀ, ਪਾਠ ਕਰ ਰਹੇ ਹੁੰਦੇ ਆ। ਤਾਂ ਕਹਿਣ ਦਾ ਮਤਲਬ ਇਹ ਖੁਦ ਕਹਿੰਦੇ ਆ ਵੀ ਮੇਰਾ ਬੰਦ ਕੱਟਿਆ ਜਾਵੇ, ਵੀ ਪੂਰਾ ਹੱਥ ਨਾ ਕੱਟੋ, ਮੇਰੀ ਉਂਗਲਾਂ ਦੇ ਪੋਟੇ ਆ ਉਹ ਕੱਟੋ, ਤਾਂ ਬੰਦ ਕੱਟ ਕੇ ਮੈਨੂੰ ਸ਼ਹੀਦ ਕਰੋ। ਤਾਂ ਇਸੇ ਤਰ੍ਹਾਂ ਕਹਿੰਦੇ ਆ ਜੀ, ਕਾਜੀ ਫਿਰ ਕਹਿੰਦਾ ਵੀ ਇਹ ਕਹਿਣਾ ਬਹੁਤ ਸੌਖਾ ਹੈ ਤੇਰੇ ਵਾਸਤੇ ਵੀ ਬੰਦ ਕੱਟਿਆ ਜਾਵੇ, ਪਰ ਜਦੋਂ ਬੰਦ ਕੱਟਣਾ ਸ਼ੁਰੂ ਕਰਾਂਗੇ ਤੁਸੀਂ ਆਪਣੀ ਸਿੱਖੀ ਛੱਡ ਕੇ ਭੱਜ ਜਾਓਗੇ। ਪਰ ਹੁੰਦਾ ਕੀ ਹੈ, ਫਿਰ ਇੱਕ ਅਲੌਕਿਕ ਨਜ਼ਾਰਾ ਪੇਸ਼ ਹੁੰਦਾ ਹੈ। ਐਸਾ ਕੁਝ ਵੀ ਨਹੀਂ ਹੁੰਦਾਗਾ। ਭਾਈ ਮਨੀ ਸਿੰਘ ਜੀ ਦੇ ਸਿਧਾਂਤ ਸਿੱਖੀ ਸਿਦਕ ਕੇਸਾ ਸਵਾਸਾ ਸੰਗ ਨਿਭਾ ਦਿੰਦੇ ਆ, ਤੇ ਜਿਹੜੀ ਰੋਜ਼ਾਨਾ ਅਰਦਾਸ ਕਰਦੇ ਆ ਨਾ, ਸਿੱਖੀ ਕੇਸਾ ਸਵਾਸਾ ਸੰਗ ਨਿਭਾਈ ਜਾਵੇ। ਇਹ ਕਿਹਨੇ ਨਿਭਾਈ ਹੈ, ਇਹ ਇੰਨਾ ਸੂਰਬੀਰ ਯੋਧਿਆਂ ਨੇ ਨਿਭਾਈ ਹੈ। ਚਾਹੇ ਉਹ ਬੰਦਾ ਸਿੰਘ ਬਹਾਦਰ ਜੀ ਹੋਣ, ਚਾਹੇ ਭਾਈ ਮਨੀ ਸਿੰਘ ਜੀ ਹੋਣ, ਚਾਹੇ ਭਾਈ ਦਿਆਲਾ ਜੀ ਹੋਣ, ਸਾਰੇ ਜਿਹੜੇ ਸ਼ਹੀਦ ਹੋਏ ਨੇ ਆਪਣੇ ਸਿੱਖੀ ਦੇ ਵਿੱਚ ਬਹੁਤ ਅਨੇਕਾਂ ਸ਼ਹੀਦ ਮਿਲਦੇ ਆ। ਤਾਂ ਜੂਨ 1734 ਦੇ ਵਿੱਚ ਇਹ ਹੱਸਦੇ ਸ਼ਹੀਦੀ ਪਾ ਗਏ। ਜਦੋਂ ਇਹ ਸ਼ਹੀਦ ਹੋਏ ਨੇ, ਇਹਨਾਂ ਦੇ ਨਾਲ ਇਹਨਾਂ ਦੇ ਦੋ ਪੁੱਤਰ ਵੀ ਸ਼ਹੀਦ ਹੋਏ ਨੇ, ਠੀਕ ਹੈ ਜੀ। ਇਹਨਾਂ ਦੇ ਪੁੱਤਰ ਸੀਗੇ, ਇਹਨਾਂ ਦੇ ਦੋ ਪੁੱਤਰ ਵੀ ਨਾਲ ਸ਼ਹੀਦ ਹੋਏ ਆ ਇਹਨਾਂ ਦੇ, ਜਦੋਂ 1734 ਦੇ ਵਿੱਚ ਲਾਹੌਰ ਵਿਖੇ। ਤਾਂ ਭਾਈ ਚਿੱਤਰ ਸਿੰਘ ਜੀ, ਠੀਕ ਹੈ ਜੀ, ਭਾਈ ਚਿੱਤਰ ਸਿੰਘ ਜੀ ਤੇ ਭਾਈ ਗੁਰਬਖਸ਼ ਸਿੰਘ ਜੀ, ਠੀਕ ਹੈ ਜੀ, ਭਾਈ ਗੁਰਬਖਸ਼ ਸਿੰਘ ਜੀ, ਇਹ ਦੋਨੇ ਵੀ ਸ਼ਹੀਦ ਹੋਏ ਨੇ ਜਦੋਂ ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ ਲਾਹੌਰ ਵਿਖੇ। ਤਾਂ ਇਹ ਸੀਗੀ ਜੀ ਲਸਾਨੀ ਸ਼ਹਾਦਤ ਭਾਈ ਮਨੀ ਸਿੰਘ ਜੀ ਦੀ। ਆਈ ਹੋਪ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਊਗਾ। ਇੱਕ ਨਿਮਾਣੀ ਜੀ ਕੋਸ਼ਿਸ਼ ਕੀਤੀ ਸੀਗੀ ਵੀ ਤੁਹਾਨੂੰ ਇਤਿਹਾਸ ਨਾਲ ਜਾਣੂ ਕਰਵਾਇਆ ਜਾਵੇ। ਤੇ ਅੱਜ ਇੱਕ ਬੇਨਤੀ ਜਿਹੜੀ ਮੈਂ ਸਟਾਰਟਿੰਗ 'ਚ ਬੋਲਿਆ ਸੀ, ਇੱਕ ਬੇਨਤੀ ਹੈ, ਹੋ ਸਕੇ ਤਾਂ ਸਾਰੇ ਬੱਚੇ ਘੱਟੋ ਘੱਟ ਇੱਕ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰਿਓ। ਜੇ ਪਾਠ ਕਰ ਸਕਦੇ ਹੋ ਤਾਂ ਬਹੁਤ ਵਧੀਆ ਗੱਲ ਹੈ, ਜੇ ਨਹੀਂ ਪਾਠ ਪੜ੍ਹਨਾ ਆਉਂਦਾ ਪਾਠ ਸੁਣ ਲਿਓ। ਜੇ ਪਾਠ ਸੁਣ ਵੀ ਨਹੀਂ ਸਕਦੇ, ਕਿਰਪਾ ਕਰਕੇ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਜ਼ਰੂਰ ਟੇਕ ਆਇਓ, ਨਮਸਤਕ ਕਰਿਓ ਉਸ ਸ਼ਹੀਦਾਂ ਨੂੰ ਜਿਨ੍ਹਾਂ ਨੇ ਸਾਰਾ ਦਾ ਸਾਰਾ ਪਰਿਵਾਰ ਆਪਣੇ ਵਾਸਤੇ ਵਾਰਿਆ, ਇਸ ਧਰਮ ਦੀ ਖਾਤਰ, ਪੰਜਾਬ ਦੀ ਖਾਤਰ, ਦੇਸ਼ ਦੀ ਖਾਤਰ। ਜੇ ਉਹਨਾਂ ਨੇ ਆਪਣਾ ਆਪ ਵਾਰਿਆ ਤਾਂ ਆਪਣੇ ਸਿਰ ਤੇ ਪੱਗਾਂ ਨੇ, ਤਾਂ ਆਪਣੇ ਗਲਾਂ ਤੇ ਜਨੇਊ ਨੇ। ਅਦਰਵਾਈਜ਼ ਕਹਿੰਦੇ ਜੀ ਇਹ ਦੇਸ਼ ਨਾ ਹੋਤਾ ਅਗਰ ਪਿਤਾ ਦਸ਼ਮੇਸ਼ ਨਾ ਹੋਤਾ। ਉਹ ਐਵੇਂ ਥੋੜੀ ਕਿਹਾ ਕਿਸੇ ਹਿੰਦੂ ਕਵੀ ਨੇ, ਉਹ ਤਾਂ ਹੀ ਕਿਹਾ ਫਿਰ ਤਾਂ ਸਾਰਿਆਂ ਨੇ ਮੁਸਲਮਾਨ ਹੋਣਾ ਸੀਗਾ, ਠੀਕ ਹੈ। ਕਿਉਂਕਿ ਮੈਂ ਮੁਸਲਮਾਨ ਧਰਮ ਨੂੰ ਮਾੜਾ ਨਹੀਂ ਕਹਿ ਰਿਹਾ, ਕਹਿਣ ਦਾ ਮਤਲਬ ਮੁਗਲ ਜਿਹੜੇ ਸੀਗੇ ਉਹ ਇੱਕ ਧਰਮ ਥੋਪਣਾ ਚਾਹੁੰਦੇ ਸੀਗੇ। ਧਰਮ ਕਿਸੇ ਤੇ ਥੋਪਿਆ ਨਹੀਂ ਜਾ ਸਕਦਾ, ਧਰਮ ਨੂੰ ਥੋਪਿਆ ਕਦੇ ਵੀ ਨਹੀਂ ਜਾ ਸਕਦਾ ਕਿਸੇ ਤੇ। ਤਾਂ ਗੁਰੂ ਸਾਹਿਬ ਜੀ, ਗੁਰੂ ਨਾਨਕ ਸਾਹਿਬ ਜੀ ਜਪਜੀ ਸਾਹਿਬ 'ਚ ਵੀ ਕਹਿੰਦੇ ਥਾਪਿਆ ਨਾ ਜਾਏ ਕੀਤਾ ਨਾ ਹੋਏ। ਤਾਂ ਥਾਪ ਹੀ ਨਹੀਂ ਸਕਦੇ ਆਪਾਂ ਪਰਮਾਤਮਾ ਨੂੰ, ਤਾਂ ਕਿਸੇ ਦੇ ਉੱਪਰ ਥਾਪ ਹੀ ਨਹੀਂ ਸਕਦੇ। ਤਾਂ ਕਿਰਪਾ ਕਰਕੇ ਜਰੂਰ ਤੁਸੀਂ ਟਾਈਮ ਕੱਢਿਓ। ਬਾਕੀ ਵੀਡੀਓ ਕਿਵੇਂ ਦੀ ਲੱਗੀ ਹੈ ਕਮੈਂਟ ਜਰੂਰ ਕਰਿਓ। ਜੇ ਕੁਝ ਇਸ ਤੋਂ ਵਧੇਰੇ ਜਾਣਕਾਰੀ ਕਿਸੇ ਬੱਚੇ ਕੋਲੇ ਹੋਵੇ ਤਾਂ ਉਹ ਵੀ ਕਮੈਂਟ ਕਰ ਸਕਦੇ ਆ।
ਜੇ ਕੋਈ ਭੁੱਲ ਚੁੱਕ ਹੋ ਗਈ ਹੋਗੀ ਗੁਰੂ ਸਾਹਿਬ ਜੀ ਬਖਸ਼ਣਹਾਰ ਨੇ, ਬਖਸ਼ ਲੈਣਗੇ। ਤਾਂ ਜਲਦੀ ਮਿਲਾਂਗੇ ਅਗਲੀ ਵੀਡੀਓ ਵਿੱਚ। ਤਦ ਤੱਕ ਵਾਸਤੇ ਧੰਨਵਾਦ। ਸਰਬਤ ਦਾ ਭਲਾ। ਵਾਹਿਗੁਰੂ ਮਿਹਰ ਕਰੇ।